का खालसा वाहिगुरु जी की फतेह। ਵਾਹਿਗੁਰੂ ਸਾਹਿਬ ਜੀ। ਪ੍ਰਾਨੀ ਕਛੂ ਨਾ ਚੇਤਾਈ, ਮਦ ਮਾਇਆ ਕੈ ਅੰਧ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹੈ, ਮਨੁੱਖ ਉਸ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ। ਕਿਹੜਾ ਮਨੁੱਖ? ਮਦ ਮਾਇਆ ਕੈ ਅੰਧ, ਜਿਹੜਾ ਮਾਇਆ ਦੇ ਨਸ਼ੇ ਦੇ ਅੰਦਰ ਅੰਨਾ ਹੋਇਆ ਹੈ, ਜਿਹਦੇ ਕੋਲ ਅੱਜ ਬਹੁਤ ਕੁਝ, ਉਹ ਕਹਿੰਦਾ ਮੈਨੂੰ ਜਪਣ ਦੀ ਕੀ ਲੋੜ ਹੈ। ਇੱਕ ਬਚਨ ਬਹੁਤ ਵਾਰੀ ਆਪਾਂ ਨੇ ਸੁਣਿਆ ਹੈ, ਔਰ ਉਹਦੇ ਚ ਮਹਾਰਾਜ ਨੇ ਇਹੀ ਬਚਨ ਕਹੇ ਹੈ ਵੀ ਬੋਲ ਨਾ ਜਾਣੈ ਮਾਇਆ ਮਦ ਮਾਤਾ। ਇੱਥੇ ਮਹਾਰਾਜ ਨੇ ਕਿਹਾ ਪ੍ਰਾਨੀ ਕਛੂ ਨਾ ਚੇਤਈ, ਮਦ ਮਾਇਆ ਕੈ ਅੰਧ, ਜਿਹੜਾ ਮਾਇਆ ਦੇ ਨਸ਼ੇ 'ਚ ਅੰਨਾ ਹੋਇਆ ਹੈ, ਉਹ ਰਾਮ ਨਾ ਚੇਤਈ ਜਾਂ ਕਛੂ ਨਾ ਚੇਤਈ ਜਾਂ ਪ੍ਰਭੂ। ਇੱਥੇ ਵਾਹਿਗੁਰੂ ਅਸੀਂ ਵੀ ਉਹ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ਹੈ। ਬੋਲ ਨਾ ਜਾਣੈ, ਉਹ ਗੁਰੂ ਤੇ ਰੱਬ ਦੇ ਕਹੇ ਹੋਏ ਨੂੰ ਜਾਣਦਾ ਹੀ ਨਹੀਂ ਹੈ। ਚਲੋ ਰੱਬ ਸਾਨੂੰ ਡਾਇਰੈਕਟ ਕੁਝ ਨਹੀਂ ਕਹਿੰਦੇ ਹੈ ਵੀ ਤੁਸੀਂ ਮੈਨੂੰ ਜਪੋ, ਗੁਰੂ ਰਾਹੀਂ ਅਸੀਂ ਰੱਬ ਨੂੰ ਜਪਣਾ ਹੁੰਦਾ ਹੈ। ਤੇ ਜਿਹੜਾ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਾਈ ਬਹੁ ਰੋਲ ਘਚੋਲਾ। ਉਹ ਮਾਇਆ ਧਾਰੀ ਅਤ ਅੰਨਾ ਬੋਲਾ ਧਰਮ ਵਾਲੇ ਪਾਸਿਓਂ, ਗੁਰੂ ਵਾਲੇ ਪਾਸਿਓਂ, ਰੱਬ ਵਾਲੇ ਪਾਸਿਓਂ ਹੋ ਜਾਂਦਾ ਹੈ। ਉਹਦੀ ਸ਼ਬਦ ਨਾ ਸੁਣੇ, ਉਹ ਗੁਰੂ ਦੀ ਕਹੀ ਗੱਲ ਕਿੱਥੇ ਫਿਰ ਸੁਣਦਾ ਹੈ। ਬਹੁ ਰੋਲ ਘਚੋਲਾ, ਉਹ ਰੋਲ ਘਚੋਲਿਆਂ 'ਚ ਖੁਸ਼ ਰਹਿੰਦਾ। ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾਵੇ। ਇਹਨੂੰ ਮੌਤ ਵੀ ਭੁੱਲੀ ਹੈ। ਗੁਰੂ ਦਾ ਕਿਹਾ ਬੋਲ ਨਹੀਂ ਜਾਣਦਾ, ਕਿਉਂਕਿ ਨਸ਼ੇ ਦੇ ਅੰਦਰ ਹੈ। ਦੁਨਿਆਵੀ ਤੌਰ ਤੇ ਆਪਾਂ ਕਦੇ ਵੇਖੀਏ ਕਿਸੇ ਮਨੁੱਖ ਨੇ ਨਸ਼ਾ ਕੀਤਾ ਹੋਵੇ ਨਾ, ਉਹ ਕਿਸੇ ਦੇ ਕਹਿਣ ਤੇ ਫਿਰ ਕੋਈ ਨਹੀਂ ਜੇ ਮੰਨਦਾ, ਉਹ ਕਿਸੇ ਦੀ ਗੱਲ ਨਹੀਂ ਸੁਣਦਾ। ਉਹਨੂੰ ਇਹ ਵੀ ਨਹੀਂ ਸੋਚੀ ਰਹਿੰਦੀ ਵੀ ਇਹ ਮੇਰਾ ਬਾਪ ਮੈਨੂੰ ਕੁਝ ਕਹਿ ਰਿਹਾ, ਮੇਰੀ ਮਾਂ ਕੁਝ ਰਹੀ, ਉਹ ਆਪਣੇ ਮਾਂ ਪਿਓ ਦੇ ਵੀ ਨਸ਼ੇ 'ਚ ਗਲ ਪੈ ਜਾਂਦਾ ਹੈ। ਇਸ ਤਰ੍ਹਾਂ ਮਾਇਆ ਦੇ ਨਸ਼ੇ 'ਚ ਮਸਤ ਬੰਦਾ ਕਿੱਥੇ ਰੱਬ ਦੀ ਗੱਲ ਮੰਨਦਾ ਹੈ। ਉਦਾਹਰਨਾਂ ਜਿੰਨੀਆਂ ਮਰਜ਼ੀ ਇਸ ਵਿਸ਼ੇ 'ਤੇ ਅਸੀਂ ਉਹ ਗੁਰ ਇਤਿਹਾਸ ਵਿੱਚੋਂ ਲੈ ਸਕਦੇ ਹਾਂ। ਉਹ ਮਲੂਕਾ ਚੌਧਰੀ, ਉਹ ਹੰਕਾਰੀ ਸੀ ਵੀ ਪਿੰਡ ਦਾ ਮੁਖੀਆ, ਮਹਾਰਾਜ ਦੇ ਬਚਨ ਤੋਂ ਖਿਸਕ ਜਾਂਦਾ, ਫਿਰ ਮਿਰਗੀ ਦੇ ਦੌਰੇ ਪੈਣ ਕਰਕੇ ਉਹਦੀ ਮੌਤ ਹੁੰਦੀ ਹੈ। ਪਹਾੜੀ ਰਾਜਿਆਂ ਦੇ ਅੰਦਰ ਹੰਕਾਰ ਸੀ। ਮਹਾਰਾਜ ਕਹਿੰਦੇ ਅੰਮ੍ਰਿਤ ਛਕ ਲਓ, ਸਾਡੇ ਨਾਲ ਤੁਹਾਡੀ ਸਾਂਝ ਪੈ ਜਾਏਗੀ ਤੇ ਤੁਹਾਡਾ ਮਨੋਰਥ ਵੀ ਕੋਈ ਰਾਜ ਭੋਗਣ ਥੋੜੀ ਆਏ ਹੋ, ਤੁਹਾਡਾ ਮਨੋਰਥ ਰੱਬ ਨੂੰ ਮਿਲਣਾ। ਖੰਡੇ ਦੀ ਪੌੜ ਛਕੋ, ਗੁਰੂ ਤੇ ਰੱਬ ਤੇ ਸ਼ਰਧਾ ਧਾਰਨ ਕਰੋ। ਤੇ ਉਹ ਅਹੰਕਾਰ 'ਚ ਉਹਨਾਂ ਨੇ ਬੋਲ ਕਹੇ ਸਨ ਅਸੀਂ ਰਾਜੇ ਹਾਂ, ਗੁਰੂ ਸਾਹਿਬ ਜੀ ਅੰਮ੍ਰਿਤ ਛਕ ਲੈਣੇ, ਬਾਟਾ ਅਲੱਗ ਤਿਆਰ ਕਰ ਲਿਓ ਸਾਡੇ ਵਾਸਤੇ। ਹੰਕਾਰੀ ਬੰਦਾ ਹੀ ਇਹੋ ਜਿਹੇ ਬੋਲ ਕਹੇਗਾ। ਮਹਾਰਾਜ ਕਹਿੰਦੇ ਬਾਟਾ ਹੀ ਤੇ ਅਲੱਗ ਹੀ ਨਹੀਂ, ਬਾਟਾ ਹੀ ਤੇ ਅਲੱਗ ਨਹੀਂ ਕਰਨਾ ਹੈ। ਜੇ ਅੰਮ੍ਰਿਤ ਦੇ ਵੀ ਅਸੀਂ 2 ਬਾਟੇ ਬਣਾ ਦਿੱਤੇ ਤੇ ਫਿਰ ਮਹਾਰਾਜ ਕਹਿੰਦੇ ਤੁਹਾਡੇ ਅੰਦਰ ਹੰਕਾਰ ਹੈ, ਤੁਸੀਂ ਕਿੱਥੇ ਅੰਮ੍ਰਿਤ ਪਾਨ ਕਰਨਾ ਹੈ। ਮਹਾਰਾਜ ਨੇ ਬਚਨ ਕਹੇ ਬੋਲ ਨਾ ਜਾਣੈ ਮਾਇਆ ਮਦ ਮਾਤਾ, ਪ੍ਰਾਨੀ ਕਛੂ ਨਾ ਚੇਤਈ ਮਦ ਮਾਇਆ ਕੇ ਅੰਦਰ। ਜਿਹਦੇ ਅੰਦਰ ਹੰਕਾਰ ਉਹ ਗੁਰੂ ਤੇ ਰੱਬ ਦੀ ਪ੍ਰਭਾਵ ਨਹੀਂ ਕਰਦਾ। ਤੇ ਮਹਾਰਾਜ ਕਹਿੰਦੇ ਬੰਦਿਆ ਜਿੱਦਨ ਨਾਮ ਨਾਲੋਂ ਟੁੱਟ ਗਿਆ ਤੇਰੀ ਕੀਮਤ ਕੋਈ ਨਹੀਂ ਪੈਣੀ ਹੈ। ਜੇ ਇਸ ਚੀਜ਼ ਦਾ ਨਸ਼ਾ ਹੈ ਤੈਨੂੰ, ਇਹ ਕਿਹੜੀ ਤੇਰੇ ਨਾਲ ਜਾਣੀ ਹੈ। ਮਹਾਰਾਜ ਨੇ ਇੱਕ ਬਚਨ ਕਿਹਾ, ਬੜਾ ਪਿਆਰਾ ਬਚਨ ਹੈ। ਮਹਾਰਾਜ ਕਹਿੰਦੇ ਪਾਪਤ ਰਲੀਆ ਜੋਬਨ ਬਲੀਆ। ਅੱਜ ਜੋਬਨ ਹੈ ਤੇਰੇ ਕੋਲ, ਵੀ ਕਈਆਂ ਕੋਲ ਸਰੀਰ ਦੀ ਤਾਕਤ ਵੀ ਹੁੰਦੀ ਭਰ ਜਵਾਨੀ 'ਚ, ਤੇ ਉਹਨਾਂ ਕੋਲ ਰਾਜ ਵੀ ਕਈ ਵਾਰੀ ਹੁੰਦਾ ਹੈ। ਜੋਬਨ ਹੈ, ਬਲ ਹੈ। ਪਾਵਤ ਰਲੀਆ ਜੋਬਨ ਬਲੀਆ। ਮਹਾਰਾਜ ਨੇ ਅਗਲੇ ਬਚਨ ਕਹੇ ਨਾਮ ਬਿਨਾ ਮਾਟੀ ਸੰਗ ਰਲੀਆ। ਜੇ ਤੇਰੇ ਕੋਲ ਨਾਮ ਨਹੀਂ ਤੇ ਮਿੱਟੀ 'ਚ ਰਲਣਾ ਪੈਂਦਾ। ਫਿਰ ਅਖੀਰ ਨੂੰ ਭਾਵ ਕੇ ਬੰਦੇ ਦੀ ਹਸਤੀ ਮਿਟ ਜਾਂਦੀ ਸਦਾ ਵਾਸਤੇ।
ਹਾਂ ਬੰਦੇ ਕੋਲ ਬਹੁਤ ਕੁਝ ਹੋਵੇ। ਮਹਾਰਾਜ ਕਹਿੰਦੇ ਕਾਨ ਕੁੰਡਲੀਆ, ਉਹ ਫਿਰ ਕੰਨਾਂ 'ਚ ਉਹ ਕੁਝ ਨਾ ਕੁਝ ਪਾਉਂਦਾ ਹੈ, ਜਿਹੜਾ ਉਹ ਵਿਖਾਵਾ ਕਰਦਾ ਨਾ ਫਿਰ ਵੀ ਮੇਰੇ ਕੋਲ ਬਹੁਤ ਕੁਝ ਹੈ। ਬਸਤਰ ਉਡਲੀਆ, ਉਹ ਬੜੇ ਕੀਮਤੀ ਬਸਤਰ ਵੀ ਆਪਣੇ ਸਰੀਰ ਤੇ ਪਹਿਨਦਾ ਹੈ। ਉਹ ਕੰਨਾਂ 'ਚ ਫਿਰ ਨਥੀਆਂ ਵੀ ਪਵਾਉਂਦਾ ਹੈ। ਸੇਜ ਸੁਖਲੀਆ, ਉਹ ਘਰ ਵੀ ਬਹੁਤ ਸੋਹਣਾ ਬਣਾਉਂਦਾ ਹੈ, ਸੇਜਾਂ ਤੇ ਪੈਸੇ ਵੀ ਲਾਉਂਦਾ ਹੈ, ਵਿਖਾਵਾ ਕਰਦਾ ਹੈ। ਮਨ ਗਰਭਲੀਆ, ਮਨ 'ਚ ਗਰਭ ਹੈ। ਕਈ ਵਾਰੀ ਨਾ ਪਿੰਡ 'ਚ ਕੋਈ ਇਹੋ ਜਿਹਾ ਬੰਦਾ ਹੁੰਦਾ ਹੈ ਵੀ ਮੇਰੇ ਵਰਗਾ ਹੋਰ ਕਿਸੇ ਕੋਲ ਨਹੀਂ ਹੋਣਾ ਚਾਹੀਦਾ। ਹੰਕਾਰ ਹੁੰਦਾ ਹੈ ਵੀ ਮੇਰੇ ਵਰਗਾ ਇੱਥੇ ਹੈ ਹੀ ਕੋਈ ਨਹੀਂ ਹੈ। ਮਹਾਰਾਜ ਨੇ ਬਚਨ ਪਹਿਲਾਂ ਹੀ ਕਹਿ ਦਿੱਤੇ, ਨਾਮ ਬਿਨਾ ਮਾਟੀ ਸੰਗ ਰਲੀਆ। ਮਹਾਰਾਜ ਕਹਿੰਦੇ ਉਹ ਸੇਜ ਵੀ ਸੋਹਣੀ ਬਣਾਉਂਦਾ ਹੈ। ਮਹਾਰਾਜ ਕਹਿੰਦੇ ਕੰਨਾਂ 'ਚ ਕੁੰਡਲ ਵੀ ਪਾਉਂਦਾ ਹੈ, ਉਹ ਬਸਤਰ ਵੀ ਉਡਲੀਆ ਹੈ, ਤੇ ਤਲੇ ਕੁੰਚਰੀਆ, ਫਿਰ ਉਹ ਹਾਥੀਆਂ ਦੀ ਸਵਾਰੀ ਵੀ ਕਰਦਾ ਹੈ। ਕੁੰਚਰ ਹਾਥੀ ਨੂੰ ਕਹਿੰਦੇ ਹੈ। ਸਿਰ ਕਣਕ ਛਤਰੀਆ, ਕਣਕ ਸੋਨੇ ਨੂੰ ਕਹਿੰਦੇ, ਸੋਨੇ ਦਾ ਛਤਰ ਵੀ ਚਲਾਉਂਦਾ ਹੈ ਵੀ ਲੋਕਾਂ ਨੂੰ ਪਤਾ ਲੱਗੇ ਵੀ ਮੈਂ ਛਾਵੇਂ ਰਹਿਣਾ ਹੈ। ਸੋਨੇ ਦਾ ਮੁਕਟ ਬਣਾਉਂਦਾ ਹੈ, ਉਹ ਛਤਰ ਚਲਾਉਂਦਾ ਹੈ, ਵਿਖਾਵਾ ਕਰਦਾ ਹੈ ਕਿ ਮੇਰੇ ਕੋਲੇ ਸਭ ਕੁਝ ਹੈ। ਹਾਰ ਭਗਤ ਬਿਨਾ ਲੈ ਧਰਨ ਗਡਲੀਆ। ਮਹਾਰਾਜ ਕਹਿੰਦੇ ਭਗਤੀ ਤੋਂ ਬਗੈਰ, ਉਹ ਪਹਿਲਾਂ ਮਹਾਰਾਜ ਨੇ ਬਚਨ ਕਹੇ ਮਾਟੀ ਸੰਗ ਰਲੀਆ, ਹੁਣ ਧਰਨ ਗਡਲੀਆ। ਧਰਨ ਵੀ ਧਰਤੀ ਨੂੰ ਕਹਿੰਦੇ, ਧਰਤੀ 'ਚ ਗੱਡਿਆ ਜਾਂਦਾ ਮਨੁੱਖ, ਭਾਵ ਕੇ ਖੀਰ ਨੂੰ ਤੇ ਧਰਤੀ ਦੇ ਥੱਲੇ ਦੱਬੇ ਜਾਣਾ ਹੈ। ਹੰਕਾਰ ਕਾਹਦਾ? ਬੰਦਿਆ ਵਿਖਾਉਣਾ ਕਿਹਨੂੰ ਹੈ? ਰੂਪ ਸੁੰਦਰੀਆ, ਅਨਕ ਇਸਤਰੀਆ, ਹਾਰ ਰਸ ਬੇਣ ਸਭ ਸਵਾਦ ਫਿਕਰੀਆ। ਤੂੰ ਜਿੰਨੇ ਮਰਜ਼ੀ ਰਸ ਭੋਗ, ਜੋ ਮਰਜ਼ੀ ਤੇਰੇ ਕੋਲ ਹੋਵੇ, ਨਾਮ ਤੋਂ ਬਗੈਰ ਰਸ ਸਾਰੇ ਫਿੱਕੇ ਹੀ ਹੈ। ਜਿਹੜਾ ਅਸਲੀ ਰਸ ਨਾਮ ਦੇ ਅੰਦਰ ਹੈ। ਮਹਾਰਾਜ ਕਹਿੰਦੇ ਜੋ ਮਰਜ਼ੀ ਕਰ, ਮਾਇਆ ਛਲੀਆ, ਉਸ ਬੰਦੇ ਨੂੰ ਮਾਇਆ ਛੱਡ ਜਾਂਦੀ। ਵਿਕਾਰ ਵਿਖਲੀਆ, ਕਹਿੰਦੇ ਵਿਕਾਰਾਂ 'ਚ ਪੈ ਜਾਂਦਾ। ਉਹ ਪ੍ਰੇਮੀ ਕੋੜੇ ਦੀ ਦਾਸ ਨੇ ਬਹੁਤ ਵਾਰੀ ਗੱਲ ਕੀਤੀ, ਬੜੀ ਪ੍ਰਭਤਾ ਸੀ ਉਸ ਬੰਦੇ ਦੀ। ਕਿਸੇ ਸਮੇਂ ਸੈਂਕੜੇ ਲੋਕ ਦਰਵਾਜ਼ੇ ਤੇ ਬੈਠੇ ਰਹਿੰਦੇ ਹਨ, ਬੁਰੇ ਕੰਮਾਂ 'ਚ ਪੈ ਗਿਆ, ਸਰੀਰ ਦੇ ਭੋਗ ਭੋਗਣ ਲੱਗਾ ਤੇ ਨਸ਼ੇ ਦਾ ਸੇਵਨ ਕਰਨ ਲੱਗਾ ਤੇ ਭੋਗ ਰੋਗ ਬਣ ਕੇ ਕੋੜ ਹੋ ਗਿਆ। ਘਰ ਦੇ ਵੀ ਛੱਡ ਕੇ ਚਲੇ ਗਏ। ਸੱਜਣ ਮਿੱਤਰ ਹੁਣ ਜਦੋਂ ਕੁਝ ਕੋਲ ਸੀ ਉਦੋਂ ਤੇ ਆਉਂਦੇ ਸਨ, ਹੁਣ ਰਿਹਾ ਕੁਝ ਨਹੀਂ। ਘਰ ਤੱਕ ਵੇਚ ਕੇ ਖਾ ਗਿਆ, ਬੜਾ ਅਮੀਰ ਬੰਦਾ। ਤਾਂ ਹੀ ਤੇ ਅੱਜ ਗੁਰਮੁਖੋ ਸਾਡੀ ਰਹਿਤ ਮੁਰਾਦਾਂ 'ਚ ਲਿਖਿਆ ਹੈ ਵੀ ਅਸੀਂ ਪੈਲੀਆਂ ਨਾਲ ਰਿਸ਼ਤੇ ਨਹੀਂ ਕਰਨੇ ਹੈ, ਜ਼ਮੀਨਾਂ ਨਾਲ, ਰਾਜਾ ਕੁਰਸੀਆਂ ਨਾਲ ਰਿਸ਼ਤੇ ਨਾ ਕਰੋ। ਮਨੁੱਖ ਚੰਗਾ ਹੋਣਾ ਚਾਹੀਦਾ, ਕਮਾ ਕੇ ਛਕਣ ਵਾਲਾ ਹੋਵੇ ਗੁਰਮੁਖੋ, ਉੱਥੇ ਹੀ ਸੁੱਖ ਹੈ। ਉਹ ਸਾਰਾ ਪਰਿਵਾਰ ਛੱਡ ਗਿਆ, ਯਾਰ ਮਿੱਤਰ ਛੱਡ ਕੇ, ਰਿਸ਼ਤੇਦਾਰ ਕੋਈ ਨਹੀਂ ਰਿਹਾ। ਉਹਦੇ ਫਿਰ ਸੰਗਤ ਨੇ ਤਰਸ ਕੀਤਾ ਜੀ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਸੰਗਤ ਲੈ ਕੇ। ਉੱਥੇ ਰੋ ਪਿਆ, ਨੇ ਸਾਰੀ ਗੱਲ ਦੱਸੀ ਮਹਾਰਾਜ ਨੂੰ। ਕਹਿੰਦਾ ਮਹਾਰਾਜ ਕਿਸੇ ਸਮੇਂ ਮੇਰੇ ਸਿਰ ਤੇ ਛਤਰ ਝੁਲਦਾ ਸੀ, ਜਦੋਂ ਘਰੋਂ ਨਿਕਲਦਾ ਸਾਂ ਕਈ ਲੋਕ ਪਿੱਛੇ ਚੱਲਦੇ ਸਨ। ਮਹਾਰਾਜ ਬੁਰੀ ਸੰਗਤ 'ਚ ਪੈ ਗਿਆ, ਭੋਗ ਲੱਗ ਗਏ ਸਰੀਰ ਨੂੰ, ਤੇ ਮਹਾਰਾਜ ਨੇ ਬਚਨ ਕਹੇ ਮਾਇਆ ਛਲੀਆ, ਮਾਇਆ ਨੇ ਛਾਲਿਆ। ਬਕਾਰ ਵਿਖਲੀਆ, ਬਕਾਰਾਂ 'ਚ ਖਚਤ ਹੋ ਗਿਆ। ਤੇ ਫਿਰ ਹੋਇਆ ਕਿ ਜਦੋਂ ਬਕਾਰਾਂ 'ਚ ਖਚਤ ਹੋਇਆ ਤੇ ਮਹਾਰਾਜ ਕਹਿੰਦੇ ਆ ਵੀ ਫਿਰ ਬੰਦਾ ਮਿੱਟੀ 'ਚ ਮਿਲ ਜਾਂਦਾ, ਭਾਵ ਕਿ ਇਹਦੀ ਫਿਰ ਬਾਂਹ ਕੋਲ ਨਹੀਂ ਪਕੜਦਾ, ਫਿਰ ਇਹ ਖਤਮ ਹੋ ਜਾਂਦਾ। ਕਿਉਂਕਿ ਗੁਰੂ ਤੇ ਰੱਬ ਦੀ ਗੱਲ ਨਹੀਂ ਸੁਣਦਾ, ਗੁਰੂ ਤੇ ਰੱਬ ਨੂੰ ਜਪਦਾ ਨਹੀਂ ਹੈ ਨਾ। ਮਹਾਰਾਜ ਕਹਿੰਦੇ ਫਿਰ ਇਹਨੂੰ ਬਹੁਤਾ ਕੁਝ ਮਿਲਣਾ ਵੀ ਨਹੀਂ ਹੈ। ਸੰਸਾਰ ਤੇ ਆਏਗਾ ਸਰਨ ਨਾਨਕ ਪ੍ਰਭ ਪੁਰਖ ਦਇਆਲੀਆ। ਜਿੰਨਾ ਚਿਰ ਸ਼ਰਨ ਨਾਨਕ ਪਰ ਪ੍ਰਭ ਪੁਰਖ ਦਇਆਲੀਆ 'ਚ ਨਹੀਂ ਪੈਂਦਾ, ਜਿੰਨਾ ਚਿਰ ਗੁਰੂ ਤੇ ਰੱਬ ਦੀ ਸ਼ਰਨ 'ਚ ਨਹੀਂ ਆਉਂਦਾ। ਜੋ ਕੁਝ ਮਰਜ਼ੀ ਇਹਦੇ ਕੋਲ ਹੋਵੇ, ਮਹਾਰਾਜ ਕਹਿੰਦੇ ਹੈ ਹਰ ਬਿਸਰਤ ਸਦਾ ਖੁਆਰੀ। ਰੱਬ ਨੂੰ ਭੁੱਲ ਕੇ ਤੇ ਮਨੁੱਖ ਖੁਆਰ ਹੁੰਦਾ। ਪ੍ਰਾਨੀ ਰਾਮ ਪ੍ਰਾਨੀ ਕਛੂ ਨਾ ਚੇਤਈ, ਮਦ ਮਾਇਆ ਕੇ ਅੰਦ ਹਰ ਬਿਸਰਤ ਸਦਾ ਖੁਆਰੀ। ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜ਼ਾਰੀ। ਸਿਮਰਨ ਤੋਂ ਬਗੈਰ ਜ਼ਹਿਰੀਲੇ ਸੱਪ ਦੀ ਤਰ੍ਹਾਂ ਮਨੁੱਖ ਕੱਢਦਾ। ਉਹ ਭਾਵੇਂ ਵੱਖਰੀ ਗੱਲ ਹੈ, ਨਵ ਖੰਡਣ ਕੋ ਰਾਜ ਕਮਾਵੇ। ਦਸ ਨੇ ਕੱਲ ਬੇਨਤੀ ਕੀਤੀ, 9 ਖੰਡ ਸਾਰੀ ਧਰਤੀ ਹੁੰਦੀ ਹੈ,
ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ ਗੁਹਾਰੀ। ਸਾਰੀ ਧਰਤੀ ਤੇ ਰਾਜ ਕਰਨ ਵਾਲਾ ਨਾਮ ਤੋਂ ਟੁੱਟਿਆ ਮਨੁੱਖ ਅੰਤ ਨੂੰ ਹਾਰ ਕੇ ਜਾਂਦਾ ਹੈ। ਉਹ ਜੀਵਨ ਦੀ ਬਾਜੀ ਜਿੱਤਦਾ ਨਹੀਂ ਹੈ। ਅੱਜ ਉਹਦੀ ਪ੍ਰਭੁਤਾ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ, ਅੱਜ ਲੋਕ ਬਹੁਤ ਸਤਿਕਾਰ ਕਰਦੇ ਆ। ਜੇ ਨਾਮ ਨਹੀਂ ਹੈ, ਬਹੁਤ ਕੁਝ ਹੋਣ ਦੇ ਬਾਵਜੂਦ ਵੀ ਮਨੁੱਖ ਕੰਗਾਲ ਹੈ, ਕਿਉਂਕਿ ਉਸ ਪਰਮਾਤਮਾ ਨੂੰ ਜਪਿਆ ਨਹੀਂ, ਉਸ ਵਾਹਿਗੁਰੂ ਨਾਲੋਂ ਟੁੱਟ ਗਿਆ। ਮਹਾਰਾਜ ਨੇ ਬਚਨ ਕਹੇ, ਤੈਨੂੰ ਬੜਾ ਮਨੁੱਖਾ ਸੋਹਣਾ ਜਨਮ ਵਾਹਿਗੁਰੂ ਨੇ ਦਿੱਤਾ ਹੈ, ਜਪਣ ਵਾਸਤੇ ਐਸਾ ਜਪਿਆ ਨਹੀਂ ਤੂੰ ਉਹਨੂੰ। ਪ੍ਰਾਨੀ ਕਛੂ ਨਾ ਚੇਤਈ ਮਦ ਮਾਇਆ ਕੇ ਅੰਦ। ਮਹਾਰਾਜ ਕਹਿੰਦੇ ਦੁਲੱਭ ਦੇ ਪਾਈ ਵਡਭਾਗੀ। ਇਹ ਦੁਲੱਭ ਦੇ ਵਡਭਾਗੀ ਹੈ ਜਿਨ੍ਹਾਂ ਨੂੰ ਪ੍ਰਾਪਤ ਹੋਈ ਹੈ। ਨਾਮ ਨਾ ਜਪੈ ਤੇ ਆਤਮ ਘਾਤੀ। ਆਤਮਾ ਦਾ ਘਾਤ ਕਰਨ ਵਾਲਾ ਕੋਈ ਆਪਣੇ ਸਰੀਰ ਦਾ ਘਾਤ ਕਰੇ, ਇਹਨਾਂ ਨੂੰ ਅਸੀਂ ਉਹਨੂੰ ਮਾੜਾ ਮੰਨਦੇ ਆ ਵੀ ਉਹਨੇ ਟ੍ਰੇਨ ਦੇ ਥੱਲੇ ਸਿਰ ਦੇ ਲਿਆ ਜੀ, ਉਹਨੇ ਨਹਿਰ 'ਚ ਛਾਲ ਮਾਰ ਦਿੱਤੀ, ਉਹ ਦਰਖਤ ਨਾਲ ਲਟਕਿਆ। ਇਹਨੂੰ ਦੇਹ ਦਾ ਘਾਤ ਕਰਨ ਵਾਲਾ ਕਿਹਾ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਜਿਹੜੇ ਨਾਮ ਨਹੀਂ ਜਪਦੇ ਉਹ ਆਪਣੀਆਂ ਆਤਮਾ ਦਾ ਘਾਤ ਕਰਦੇ ਆ। ਨਾਮ ਨਾ ਜਪੇ ਤੇ ਆਤਮ ਘਾਤੀ, ਮਰ ਨਾ ਜਾਹੀ। ਮਹਾਰਾਜ ਕਹਿੰਦੇ ਜਿੰਨਾ ਬਿਸਰਤ ਰਾਮ ਉਹ ਮਰ ਕਿਉਂ ਨਹੀਂ ਗਏ ਜਿਹੜੇ ਰੱਬ ਨੂੰ ਭੁੱਲੇ ਬੈਠੇ ਆ। ਇਹ ਮਹਾਰਾਜ ਦੇ ਬਚਨ ਹੈ। ਕਈ ਵਾਰੀ ਐਸਾ ਹੁੰਦਾ ਗੁਰਮੁਖੋ ਪੁੱਤਰ ਇੰਨਾ ਨਕੰਮਾ ਨਿਕਲ ਆਉਂਦਾ, ਮਾਂ ਪਿਓ ਨੂੰ ਦੁੱਖ ਦਿੰਦਾ ਤੇ ਉਹ ਮਾਂ ਪਿਓ ਨੂੰ ਇਹ ਗੱਲ ਕਹਿਣੀ ਵੀ ਤੂੰ ਮਾਰੀ ਕਿਉਂ ਨਹੀਂ ਗਿਆ। ਮਹਾਰਾਜ ਵੀ ਇਹੀ ਗੱਲ ਕਹਿੰਦੇ, ਜੇ ਤੂੰ ਜਪਦਾ ਨਹੀਂ ਹੈ ਤੇ ਸਤਿਗੁਰਾਂ ਨੇ ਫਿਰ ਸਿੱਧੇ ਬਚਨ ਨਹੀਂ ਕਹੇ, ਮਰ ਨਾ ਜਾਹੀ। ਜਿੰਨਾ ਬਿਸਰਤ ਰਾਮ ਨਾਮ ਬਿਹੂਣ, ਜੀਵਨ ਕੌਣ ਕਾਮ। ਨਾਮ ਤੋਂ ਬਿਹੂਣਾ ਜੀਵਨ ਕਿਸੇ ਕੰਮ ਦਾ ਨਹੀਂ ਹੈ। ਜਿਹੜੇ ਨਾਮ ਤੋਂ ਬਿਹੂਣੇ ਆ, ਮਰਜ ਕਹਿੰਦੇ ਉਹ ਤੇ ਖਾਤ ਪੀਤ ਖੇਲਤ ਹਸਤ ਵਿਸਥਾਰ। ਉਹ ਖਾਂਦੇ ਪੀਂਦੇ ਖੇਡਦੇ ਹੱਸਦੇ ਜਾਂ ਸਭ ਕੁਝ ਕਰਦੇ। ਮਹਾਰਾਜ ਨੇ ਕਿਹਾ ਕਵਨ ਅਰਥ। ਉਹ ਖਾਣਾ ਪੀਣਾ ਹੱਸਣਾ ਖੇਡਣਾ ਕਿਹੜੇ ਅਰਥ ਫਿਰ ਰੱਖਦਾ ਹੈ। ਉਹ ਤੇ ਫਿਰ ਮਿਰਤਕ ਸ਼ਿੰਗਾਰ, ਕਹਿੰਦੇ ਜਿਵੇਂ ਮੁਰਦੇ ਨੂੰ ਸ਼ਿੰਗਾਰ ਕਰਦੇ ਹੋ, ਇਹ ਗੱਲ ਹੀ ਹੈ। ਅੰਦਰੋਂ ਜ਼ਮੀਰ ਮਦੀ ਹੈ, ਸਰੀਰ ਤੇ ਬਹੁਤ ਕੁਝ ਪਹਿਨਣ ਲਈ। ਮਰਜ ਕਹਿੰਦੇ ਉਹ ਮੁਰਦੇ ਦਾ ਸ਼ਿੰਗਾਰ ਹੀ ਹੈ ਜੇ ਸਿਮਰ ਨਹੀਂ ਹੈ। ਜੋ ਨਾ ਸੁਣੇ ਜਸ ਪਰਮਾਨੰਦਾ। ਮਹਾਰਾਜ ਕਹਿੰਦੇ ਜਿਹੜੇ ਪਰਮਾਨੰਦ ਦਾ ਜਸ ਨਹੀਂ ਸੁਣਦੇ ਐ, ਪਸ ਪੰਖੀ ਤ੍ਰਿਗਤ ਜੋਣ ਤੇ ਮੰਦਾ। ਉਹ ਪਸ਼ੂ ਪੰਛੀਆਂ ਤੋਂ ਵੀ ਭੈੜੇ ਐ, ਕੀੜੇ ਮਕੌੜਿਆਂ ਤੋਂ ਵੀ ਭੈੜੇ ਐ। ਉਹ ਪਸ਼ੂ ਤੇ ਫਿਰ ਵੀ ਕਿਸੇ ਕੰਮ ਆ ਜਾਂਦੇ। ਮਹਾਰਾਜ ਕਹਿੰਦੇ ਮਨੁੱਖ ਤੇ ਕਿਸੇ ਕੰਮ ਦਾ ਨਹੀਂ ਹੈ। ਜੇ ਉਹ ਪ੍ਰਮਾਤਮਾ ਨੂੰ ਨਹੀਂ ਜਪਦਾ। ਉਹ ਮਹਾਰਾਜ ਨੇ ਇੱਕ ਹੋਰ ਬਚਨ ਕਹਿੰਦੇ ਵੀ ਨਾਮ ਤੋਂ ਬਗੈਰ ਨਾ ਮਨੁੱਖ ਪਤਾ ਕੀ ਹੈ। ਜਿਵੇਂ ਫਸਲ ਵੱਢਦਾ ਨਾ ਜ਼ਿਮੀਂਦਾਰ ਫਸਲ ਤੇ ਅਨਾਜ ਹੋਰ ਕੋਈ ਲਾ ਕੇ ਲੈ ਜਾਂਦੇ, ਪਰਾਲੀ ਕੋਈ ਇਕੱਠੀ ਕਰਦਾ ਫਿਰੇ। ਤੇ ਮਹਾਰਾਜ ਨੇ ਬਚਨ ਕਹੇ ਕਣ ਬਿਨਾ ਜੈਸੇ ਥੋਥਰ ਤੁਖਾ। ਕਣ ਤੋਂ ਬਗੈਰ ਅਨਾਜ ਤੋਂ ਸਿੱਟੇ ਤੇ ਕਿਸੇ ਨੇ ਲਾਲੇ ਤੇ ਮਹਾਰਾਜ ਕਹਿੰਦੇ ਉਹਦੀ ਨਾੜ ਦੀ ਕੋਈ ਕੀਮਤ ਨਹੀਂ ਪੈਂਦੀ, ਪਰਾਲੀ ਦੀ ਕੋਈ ਕੀਮਤ ਨਹੀਂ ਹੈ। ਨਾਮ ਬਿਹੂਣ ਸੋਨੇ ਸੇ ਮੁਖਾ। ਜਾਂ ਸਾਗੀ ਵਾਰ ਚ ਮਹਾਰਾਜ ਨੇ ਕਿਹਾ ਛੁੱਟੇ ਤੇਲ ਬੁਆੜ ਜਿਉ ਸੁਝੇ ਅੰਦਰ। ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ। ਫਲੀਏ ਫੁਲੀਏ ਬੱਪੜੇ ਭੀ ਤਨ ਵਿੱਚ ਸਵਾ। ਮਹਾਰਾਜ ਨੇ ਕਿਹਾ ਵੀ ਕਈ ਵਾਰੀ ਨਾ ਖੇਤ ਬੀਜਦੇ ਜ਼ਿਮੀਂਦਾਰ। ਅਸੀਂ ਨਾ ਜਦੋਂ ਉਹ ਸੱਥਿਆ ਲੈਂਦੇ ਸਨ, ਉਹ ਜ਼ਮੀਨ ਸੀ ਉਹ ਤਿਲ ਬੀਜਦੇ ਹੁੰਦੇ ਸਨ। ਇੱਧਰ ਘੱਟ ਵੇਖੇ ਆ ਵੀ ਤਿਲ ਬੀਜਦੇ ਆ। ਉੱਥੇ ਉਹਨਾਂ ਦੀ 1.5 ਵਿਗਾ ਜ਼ਮੀਨ ਸੀ ਤੇ ਉਹ ਅਸੀਂ ਤਿਲ ਵੀ ਵੱਢੇ। ਉਹ ਬੱਚਿਆਂ ਨੂੰ ਸਾਨੂੰ ਲਾ ਦਿੰਦੇ ਹੁੰਦੇ ਹਨ ਉੱਥੇ ਤੇਲ ਵੱਢਣ ਤੇ ਉਹ ਕਈ ਤੇਲਾਂ ਦਾ ਬੂਟਾ ਤੇ ਪਲ ਜਾਂਦਾ ਸੀ। ਉਹ ਜਦੋਂ ਉਹਨੂੰ ਫਲ ਲੱਗਦਾ ਸੀ ਨਾ ਤੇ ਫਲ ਦੀ ਥਾਂ ਤੇ ਸਵਾਹ ਭਰੀ ਜਾਂਦੀ ਹੁੰਦੀ ਸੀ। ਕਈ ਵਾਰੀ ਆ ਕਣਕ ਦੇ ਸਿੱਟਿਆਂ 'ਚ ਵੀ ਨਾ ਉਹ ਸੜੇ ਜੇ ਦਾਣੇ ਕਈ ਵਾਰੀ ਹੁੰਦੇ ਨੇ, ਉਹ ਸਵਾਹ ਜੀ ਵਾਂਗੂ। ਤੇ ਉਹ ਮਹਾਰਾਜ ਕਹਿੰਦੇ ਫਿਰ ਵੱਢਣ ਲੱਗਾ ਨਾ ਜ਼ਿਮੀਂਦਾਰ ਪਤਾ ਹੀ ਕਰਦਾ ਉਹਨੂੰ ਫਲ ਨਹੀਂ ਪਿਆ, ਉਹ ਉਸ ਬੂਟੇ ਨੂੰ ਉੱਥੇ ਹੀ ਖੜਾ ਰਹਿ ਦਿੰਦਾ। ਜਾਂ ਕਈ ਵਾਰੀ ਕੋਈ ਕਣਕ ਵੱਢਦਾ ਨਾ ਹੱਥਾਂ ਨਾਲ ਵੱਢੀ ਤੇ ਜੌਆਂ ਦੇ ਬੂਟੇ ਵਿੱਚ ਹੀ ਖੜੇ ਰਹਿੰਦੇ ਹਨ। ਜਾਂ ਹੋਰ ਕੋਈ ਨਜਾਇਜ਼ ਜਿਹੜੇ ਬੂਟੇ ਉੱਗੇ ਹੁੰਦੇ ਸਨ ਨਾ ਗੰਦ ਦੇ, ਉਹ ਛੱਡ ਦਿੰਦੇ ਸਨ ਵੱਢਣ ਵਾਲੇ। ਤੇ ਮਹਾਰਾਜ ਕਹਿੰਦੇ ਉਹਨਾਂ ਦੀ ਕੀਮਤ ਕੋਈ ਨਹੀਂ ਪੈਂਦੀ ਹੈ। ਉਹ ਫਲੇ ਫੁੱਲੇ ਤੇ ਸਨ, ਤਿਆਰ ਵੀ ਹੋਏ, ਵੇਖਣ ਨੂੰ ਵੀ ਸੋਹਣੇ ਲੱਗਦੇ ਹਨ, ਪਰ ਉਹਨਾਂ ਦੇ ਵਿੱਚ ਫਲ ਨਹੀਂ ਪਿਆ ਤੇ ਉਹ ਜ਼ਿਮੀਂਦਾਰ ਨੇ ਬੇਕਾਰ ਸਮਝੇ। ਬਸ ਆਹੀ ਗੱਲ ਗੁਰੂ ਸਾਹਿਬ ਜੀ ਕਹਿੰਦੇ ਹੈ ਜਿਹੜਾ ਮਨੁੱਖ ਪਲਿਆ ਤੇ ਹੈ, ਰਾਜ ਵੀ ਹੋ ਸਕਦਾ ਭੋਗਦਾ ਹੋਵੇ, ਚੰਗਾ ਸਰੀਰ ਸੋਹਣਾ ਹੋਵੇ, ਚੰਗੀਆਂ ਸਹੂਲਤਾਂ ਮਾਣਦਾ ਹੋਵੇ, ਮਹਾਰਾਜ ਕਹਿੰਦੇ ਉਹ ਤਿਲਾਂ ਦੇ ਬੂਟਿਆਂ ਦੀ ਤਰ੍ਹਾਂ ਜਿਨ੍ਹਾਂ 'ਚੋਂ ਫਲ ਹੀ ਕੋਈ ਨਹੀਂ ਪਿਆ ਤੇ ਉਹਦੀ ਕੀਮਤ ਵੀ ਕੋਈ ਨਹੀਂ ਪੈਂਦੀ ਹੈ।
ਜਿਨ੍ਹਾਂ ਬੂਟਿਆਂ ਨੂੰ ਫਲ ਨਹੀਂ ਪੈਂਦਾ ਉਹਨੂੰ ਨਖਸਮੇ ਛੱਡ ਦਿੱਤਾ ਜਾਂਦਾ ਹੈ। ਉਹ ਫਿਰ ਕੀ ਕਰਦਾ, ਆਜੜੀ ਦੀਆਂ ਭੇਡਾਂ ਬੱਕਰੀਆਂ ਖਾਂਦੀਆਂ ਉਹਨਾਂ ਨੂੰ। ਆਜੜੀ ਫਿਰ ਉਹਨਾਂ ਜੋ ਫਸਲ ਵੱਢੀ ਜਾਂਦੀ ਫਿਰ ਭੇਡਾਂ ਬੱਕਰੀਆਂ ਲੈ ਕੇ ਜਾਂਦੇ ਆ, ਉਹ ਉਸ ਤਰ੍ਹਾਂ ਹੀ ਜਾਂ ਸੜ ਸੁੱਕ ਜਾਂਦੇ ਨੇ, ਉਸ ਤਰ੍ਹਾਂ ਹੀ ਉਹ ਖੜੇ ਰਹਿੰਦੇ ਜ਼ਮੀਨ 'ਚ। ਮਹਾਰਾਜ ਕਹਿੰਦੇ ਨਾਮ ਵਿਹੂਣ ਸੋਨੇ ਸੇ ਮੁਖਾ, ਹਰ ਹਰ ਨਾਮ ਜਪੋ ਨਿਤ ਪ੍ਰਾਣੀ। ਪਰ ਮਹਾਰਾਜ ਨੇ ਤੇ ਅੱਜ ਕਿਹਾ ਪ੍ਰਾਨੀ ਕਛੂ ਨਾ ਚੇਤਾ ਹੀ ਮਦ ਮਾਇਆ ਕੇ ਅੰਦਰ। ਇੱਥੇ ਮਹਾਰਾਜ ਕਹਿੰਦੇ ਐ ਹਰ ਹਰ ਨਾਮ ਜਪੋ ਨਿਤ ਪ੍ਰਾਣੀ, ਨਾਮ ਵਿਹੂਣ ਧ੍ਰਿਗ ਦੇ ਬੇਗਾਨੀ ਦੇ ਪਗਾਨੀ। ਉਹ ਮਾਲਕ ਨੇ ਉਸ ਬੂਟੇ ਨੂੰ ਨਹੀਂ ਨਾ ਵੱਢਿਆ, ਬਗਾਨਾ ਵੱਢ ਕੇ ਲਗਿਆ, ਜਾਂ ਪੱਠੇ ਵੱਢਣ ਵਾਲਾ ਉਸ ਬੂਟੇ ਨੂੰ ਬੇਕਾਰ ਸਮਝ ਕੇ ਵੱਢ ਕੇ ਲੈ ਗਿਆ। ਫਸਲ ਦੇ ਵਿੱਚ ਨਾ ਕਈ ਵਾਰੀ ਉਹ ਦੂਸਰੇ ਜਿਹੜੇ ਉਹ ਗੰਦਗੀ ਉੱਗਦੀ ਹੈ ਤੇ ਉਹ ਫਿਰ ਉਹਨੂੰ ਪੱਠੇ ਘਾਹ ਵੱਢਣ ਵਾਲੇ ਉਹਨਾਂ ਨੂੰ ਵੱਢ ਕੇ ਲੈ ਜਾਂਦੇ ਆ। ਮਹਾਰਾਜ ਕਹਿੰਦੇ ਇਸ ਤਰ੍ਹਾਂ ਨਾ ਫਲ ਵਾਲੇ ਬੂਟੇ ਦੀ ਜਿਵੇਂ ਕੀਮਤ ਪੈ ਜਾਂਦੀ ਹੈ ਤੇ ਜਿਨ੍ਹਾਂ ਵਿੱਚ ਸਵਾਹ ਭਰੀ ਜਾਂਦੀ ਹੈ ਜਾਂ ਜਿਨ੍ਹਾਂ ਨੂੰ ਫਲ ਪੈਂਦਾ ਹੀ ਨਹੀਂ, ਉਹ ਨਖਸਮਿਆਂ ਦੀ ਤਰ੍ਹਾਂ ਖੜੇ ਰਹਿੰਦੇ ਹੈ, ਉਹਨਾਂ ਦੀ ਕੋਈ ਕੀਮਤ ਨਹੀਂ ਪੈਂਦੀ। ਨਾਮ ਬਿਨਾ ਨਾਹੀ ਮੁਖ ਭਾਗ, ਨਾਮ ਤੋਂ ਬਗੈਰ ਮਨੁੱਖ ਦੇ ਚੰਗੇ ਭਾਗ ਨਹੀਂ ਬਣਦੇ। ਉਹ ਚੰਗਾ ਮਾਣ ਸਤਿਕਾਰ ਨਹੀਂ। ਭਰਤ ਵਿਹੂਣ ਕਹਾਂ ਸੁਹਾਗ, ਕਹਿੰਦੇ ਪਤਨੀ ਤੋਂ ਬਗੈਰ ਔਰਤ ਕਿਵੇਂ ਸੁਹਾਗਣ ਹੋ ਸਕਦੀ ਹੈ, ਨਾਮ ਤੋਂ ਬਗੈਰ ਅਸੀਂ ਸਫਲ ਕਿਵੇਂ ਹੋ ਸਕਦੇ ਹਾਂ। ਭਰਤ ਵਿਹੂਣ ਕਹਾਂ ਸੁਹਾਗ, ਮਹਾਰਾਜ ਕਹਿੰਦੇ ਨਾਮ ਬਸਾਰ ਲੱਗੇ ਅੰਨ ਸੁਆਏ, ਨਾਮ ਨੂੰ ਭੁੱਲ ਕੇ ਹੋਰ ਸਵਾਰਥਾਂ 'ਚ ਮਨੁੱਖ ਪੈ ਗਿਆ। ਤਾਂ ਕੀ ਆਸ ਨਾ ਪੂਜੈ ਕਾਏ, ਕਹਿੰਦੇ ਉਹਦੀ ਫਿਰ ਆਸ ਵੀ ਨਹੀਂ ਪੂਰੀ ਹੁੰਦੀ ਹੈ। ਮਹਾਰਾਜ ਨੇ ਨੇਕਾਂ ਬਚਨ ਕਹਿਣ ਦਾ ਅਰਥ ਹੈ ਵੀ ਜੇ ਤੂੰ ਜਪਦਾ ਨਹੀਂ ਹੈ ਫਿਰ ਤੇਰੀ ਕੋਈ ਕੀਮਤ ਨਹੀਂ ਹੈ। ਮਹਾਰਾਜ ਕਹਿੰਦੇ ਹੋ ਜਿੰਨਾ ਮਰਜ਼ੀ ਤੂਚਾ ਮਦ ਮਾਇਆ ਕੇ ਅੰਦ, ਜਿੰਨਾ ਮਰਜ਼ੀ ਤੂਚਾ ਹੋਵੇ। ਬਾਬਾ ਫਰੀਦ ਜੀ ਨੇ ਵੀ ਕਿਹਾ ਫਰੀਦਾ ਗਰਭ ਜਿੰਨਾ ਵਡਿਆਈਆਂ, ਧਨ ਜੋਬਨ ਅਗਾ ਖਾਲੀ ਚੱਲੇ ਧਣੀ ਸਿਓ, ਟਿੱਬੇ ਜਿਉ ਮੀਹਾਹੋ ਮੀਂਹ ਨੂੰ ਕਹਿੰਦੇ ਆ ਟਿੱਬਾ ਉੱਚਾ ਜਿਹੜਾ ਹੁੰਦਾ ਹੈ। ਮਹਾਰਾਜ ਕਹਿੰਦੇ ਜਿਹੜੇ ਹੰਕਾਰੀ ਮਨੁੱਖ ਹੈ ਨਾ, ਜਿਹੜੇ ਮਦ ਮਾਇਆ ਕੇ ਅੰਧ ਹੈ, ਮਹਾਰਾਜ ਕਹਿੰਦੇ ਉੱਚੇ ਟਿੱਬਿਆਂ ਦੀ ਤਰ੍ਹਾਂ ਬਾਰਿਸ਼ ਪੈਂਦੀ ਹੈ ਪਰ ਸੁੱਕੇ ਦੇ ਸੁੱਕੇ ਹੀ ਰਹਿੰਦੇ ਆ, ਪਾਣੀ ਦੇ ਥੱਲੇ ਸਾਰਾ ਆ ਜਾਂਦਾ ਹੈ। ਟਿੱਬਾ ਉੱਚਾ ਹੋਵੇ ਨਾ ਤੇ ਬਾਰਿਸ਼ ਭਾਵੇਂ 2 ਘੰਟੇ ਪੈ ਕੇ ਹਟੇ ਤੇ ਕਈ ਲੈ ਕੇ ਉਹਦੀ ਚੋਟੀ ਤੇ ਚੜੋ, ਇੱਕ ਟੱਪਾ ਪਾ ਦਿਓ ਪਾਣੀ ਤੇ ਉੱਤੇ ਹੀ ਰਹਿ ਜਾਂਦਾ, ਕਿਉਂਕਿ ਪਾਣੀ ਤੇ ਥੱਲੇ ਚਲਾ ਗਿਆ। ਉਹ ਸਲਾਬ ਥੋੜੀ ਜਿਹੀ ਹੁੰਦੀ ਹੈ, ਥੱਲੇ ਸੁੱਕੀ ਮਿੱਟੀ ਨਿਕਲਦੀ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਿਹੜੇ ਮਨੁੱਖ ਨੇ ਨਾ, ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਅਗਾ ਖਾਲੀ ਚੱਲੇ ਧਣੀ ਸਿਓ, ਟਿੱਬੇ ਜਿਉ ਮਿਹਾਹੋ, ਕਹਿੰਦੇ ਜਿਵੇਂ ਮੀਂਹ 'ਚ ਉੱਚੇ ਟਿੱਬੇ ਨਾ ਸੁੱਕੇ ਰਹਿ ਜਾਂਦੇ ਹੈ, ਇਸ ਤਰ੍ਹਾਂ ਨਾਮ ਤੋਂ ਬਗੈਰ ਮਨੁੱਖ ਦੀ ਕੋਈ ਕੀਮਤ ਨਹੀਂ ਪੈਂਦੀ ਹੈ, ਅੰਦਰੋਂ ਤੇ ਤ੍ਰਿਪਤ ਨਹੀਂ ਹੁੰਦਾ ਉਹ ਮਨੁੱਖ। ਮਹਾਰਾਜ ਕਹਿੰਦੇ ਫਰੀਦਾ ਜਿਨ੍ਹਾਂ ਮੁਖ ਤਿੰਨਾਂ ਮੁਖ ਡਰਾਵਣੇ, ਜਿਨ੍ਹਾਂ ਵਸਾਰਿਓ ਨਾਓ, ਜਿਨ੍ਹਾਂ ਨੇ ਨਾਂ ਨੂੰ ਵਸਾਰ ਦਿੱਤਾ ਉਹਨਾਂ ਦੇ ਮੁਖ ਵੀ ਡਰਾਵਣੇ ਹੈ, ਉਹਨਾਂ ਦੇ ਚਿਹਰੇ ਤੇ ਰੌਣਕ ਨਹੀਂ। ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠਾਓ, ਇੱਥੇ ਘਨੇਰਾ ਦੁੱਖ ਭੋਗਦੇ, ਅੱਗੇ ਉਹਨਾਂ ਨੂੰ ਜਗ੍ਹਾ ਕੋਈ ਨਹੀਂ ਮਿਲਦੀ ਹੈ। ਅੱਗੇ ਠੌਰ ਨਾ ਠਾਓ, ਕਿਤੇ ਸਦੀਵੀ ਟਿਕਾਣਾ ਉਹਨਾਂ ਨੂੰ ਮਿਲਦਾ ਹੀ ਨਹੀਂ ਹੈ। ਮਹਾਰਾਜ ਕਹਿੰਦੇ ਜਿਹੜਾ ਮਾਇਆ 'ਚ ਮਸਤ ਬੰਦਾ ਹੈ ਨਾ, ਉਹ ਰੱਬ ਨੂੰ ਨਹੀਂ ਜਪਦਾ। ਪ੍ਰਾਨੀ ਕਛੂ ਨਾ ਚੇਤਈ, ਤੂੰ ਕਦੇ ਕਿਸੇ ਨੂੰ ਜਪਦਾ ਨਹੀਂ। ਕਿਸੇ ਦਾ ਅਰਥ ਇਹ ਨਹੀਂ ਹੈ ਵੀ ਗੁਰੂ ਤੇ ਰੱਬ ਨੂੰ ਛੱਡ ਕੇ ਵੀ ਹੋਰ ਨੂੰ ਕਿਸੇ ਨੂੰ ਜਪਣਾ ਹੈ। ਮਹਾਰਾਜ ਕਹਿੰਦੇ ਨਾ ਤੂੰ ਗੁਰੂ ਨੂੰ, ਜਾਂ ਤੂੰ ਗੁਰੂ ਕਰਦਾ ਹੈ, ਨਾ ਤੂੰ ਰੱਬ ਨੂੰ ਜਪਦਾ ਹੈ। ਮਦ ਮਾਇਆ ਕੇ ਅੰਧ, ਤੂੰ ਮਾਇਆ ਦੇ ਨਸ਼ੇ 'ਚ ਅੰਨਾ ਹੋ ਗਿਆ। ਉਹ ਪੈਂਦੇ ਖਾਨਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਆਏ, ਇੱਕ ਯਤੀਮ ਬੱਚਾ ਸੀ, ਮਹਾਰਾਜ ਨੇ ਸਹੂਲਤਾਂ ਬਹੁਤੀਆਂ ਦੇ ਦਿੱਤੀਆਂ, ਫਿਰ ਉਹ ਮਾਇਆ ਦੇ ਨਸ਼ੇ 'ਚ ਅੰਨਾ ਹੋ ਗਿਆ। ਮਹਾਰਾਜ ਤੇ ਫੌਜ ਚੜਾ ਕੇ ਲੈ ਆਉਂਦਾ ਗੁਰੂ ਹਰਗੋਬਿੰਦ ਸਾਹਿਬ ਨੇ। ਉਹ ਜਿਹੜਾ ਚੌਥਾ ਯੁੱਧ ਹੈ ਕਰਤਾਰਪੁਰ ਸਾਹਿਬ ਵਾਲਾ, ਉਹ ਪੈਂਦੇ ਖਾਂ ਦੇ ਨਾਲ ਲੜਿਆ। ਮਨੁੱਖ ਜਦੋਂ ਕੁਝ ਨਹੀਂ ਹੁੰਦਾ ਨਾ, ਉਦੋਂ ਹੋਰ ਕੁਝ ਹੁੰਦਾ ਹੈ। ਜਦੋਂ ਕੁਝ ਮਿਲ ਜਾਂਦਾ ਫਿਰ ਉਹ ਬਦਲ ਜਾਂਦਾ, ਚੇਂਜ ਹੋ ਜਾਂਦਾ, ਰੱਬ ਨੂੰ ਭੁੱਲ ਜਾਂਦਾ। ਤੁਹਾਨੂੰ ਬਹੁਤੇ ਸਰੀਰ ਮਿਲਣਗੇ, ਜਦੋਂ ਕੁਝ ਪ੍ਰਾਪਤ ਕਰਨਾ ਹੁੰਦਾ ਹੈ ਆਉਂਦੇ ਤੁਹਾਨੂੰ ਨਜ਼ਰ ਆਉਣਗੇ, ਜਦੋਂ ਬਹੁਤ ਕੁਝ ਬਣ ਗਏ ਉਦੋਂ ਫਿਰ ਛੱਡ ਦਿੰਦੇ ਆ, ਕਹਿੰਦੇ ਹੁਣ ਕੀ ਲੋੜ ਹੈ। ਇਸ ਵਾਸਤੇ ਹੀ ਤੇ ਜਾਂਦੇ ਸਾਂ, ਉਸ ਤੋਂ ਤੇ ਵੱਧ ਪ੍ਰਾਪਤ ਹੋ ਗਿਆ, ਹੁਣ ਜਾਣ ਦੀ ਲੋੜ ਨਹੀਂ ਹੈ। ਕਈਆਂ ਦੀ ਸੋਚ ਇਹੋ ਜਿਹੀ ਹੋ ਜਾਂਦੀ ਹੈ, ਫਿਰ ਉਹ ਜਦੋਂ ਵੀ ਜਿੰਨਾ ਕੁ ਮੰਗਿਆ ਸੀ ਉਹਨੇ ਵੱਧ ਦੇ ਦਿੱਤਾ, ਬਸ ਆਹੀ ਤੇ ਚਾਹੀਦਾ ਸੀ। ਤੇ
ਮਹਾਰਾਜ ਨੇ ਬਚਨ ਪਹਿਲੇ ਪਾਵਤ ਰਲੀਆਂ ਜੋਗਲ ਬਲੀਆਂ ਆਪਾਂ ਪਹਿਲਾਂ ਹੀ ਸਾਂਝੇ ਕੀਤੇ, ਜਿੰਨਾ ਮਰਜ਼ੀ ਤੇਰੇ ਕੋਲ ਹੋ ਜਾਏ। ਸ੍ਰੀ ਰਾਗ ਦੇ ਪਹਿਲੇ ਬੰਦ 'ਚ ਮਹਾਰਾਜ ਨੇ ਕਿਹਾ, ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ, ਕਸਤੂਰ ਕੰਗੂ ਅਗਰ ਚੰਦਨ ਲੀ ਪਾਵੇ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨ ਆਵੈ ਨਾਓ। ਨਦੀਆਂ ਹੋਵੇ ਢੇੜਵਾਂ, ਉਹ ਬੜੇ ਪਿਆਰੇ ਬੋਲ ਗਾ ਵਾਰ ਦੇ ਅੰਦਰ ਮਹਾਰਾਜ ਨੇ ਕਹੇ ਆ, ਕਹਿੰਦੇ ਨਦੀਆਂ ਗਾਵਾਂ ਬਣ ਜਾਣ। ਉਹ ਭਾਵ ਕਿ ਬਹੁਤ ਕੁਝ ਬੰਦੇ ਕੋਲ ਮੈਲ ਮਾੜੀਆਂ ਜੋ ਚਾਹਵੇ ਬੰਦੇ ਨੂੰ ਮਿਲ ਜੇ, ਜੇ ਨਾਮ ਨਹੀਂ ਹੈ ਕੋਲ ਕੋਈ ਕਦਰ ਨਹੀਂ ਰੱਬ ਦੇ ਘਰ ਉਹਦੀ। ਉਹ ਰੱਬ ਦੇ ਘਰ ਪ੍ਰਵਾਨ ਨਹੀਂ ਹੋ ਸਕਦਾ। ਮੰਨ ਲਓ ਕੋਈ ਬੰਦਾ ਗੱਡੀ 'ਚ ਜਾ ਰਿਹਾ, ਉਹਨੇ ਨਾ ਉੱਥੇ ਬੜੇ ਸੋਹਣੇ ਕੱਪੜੇ ਵੀ ਖਰੀਦੇ ਹੈ, ਵੀ ਸ਼ਹਿਰ ਗਿਆ ਕੋਈ ਬੰਦਾ, ਕੱਪੜੇ ਖਰੀਦੇ ਉਹਨੇ, ਗਹਿਣੇ ਵੀ ਖਰੀਦੇ ਆ, ਪੈਸੇ ਵੀ ਉਹਦੀ ਗੱਡੀ ਦੇ ਅੰਦਰ ਸਭ ਕੁਝ ਹੈ। ਉਹ ਬੰਦੇ ਦਾ ਐਕਸੀਡੈਂਟ ਹੋ ਜਾਂਦਾ ਹੈ। ਨਾਲ ਕੀ ਗਿਆ ਕਿ ਉਹ ਕੱਪੜੇ ਜਿਹੜੇ ਵਿੱਚ ਪਏ ਸਨ ਜਾਂ ਗਹਿਣੇ ਜਾਂ ਉਹ ਪੈਸੇ, ਨਾਲ ਕਰਮ ਜਾਣੇ ਸਨ। ਕਰਮ ਤੇ ਚੰਗੇ ਕੀਤੇ ਹੀ ਨਹੀਂ ਹੈ, ਭਾਵੇਂ ਫਿਰ ਰਾਜ ਭੋਗ ਕੀ ਪਦਵੀ ਨਾਲ ਜਾਂਦੀ ਹੈ, ਕੀ ਧਨ ਨਾਲ ਜਾਂਦਾ, ਜ਼ਮੀਨ ਨਾਲ ਜਾਂਦੀ, ਜੋ ਨਾਲ ਜਾਣਾ ਜੀ ਉਹ ਨਹੀਂ ਕੀਤਾ। ਤੇ ਮਹਾਰਾਜ ਕਹਿੰਦੇ ਤੇਰੀ ਕੋਈ ਕਦਰ ਨਹੀਂ ਹੈ ਰੱਬ ਦੇ ਘਰ। ਰੱਬ ਨੇ ਨਾਮ ਵੇਖਣਾ ਹੈ, ਰੱਬ ਨੇ ਤੇਰੀ ਪ੍ਰਾਪਰਟੀ ਨਹੀਂ ਵੇਖਣੀ, ਤੇਰੀ ਪਦਵੀ ਨਹੀਂ ਵੇਖਣੀ। ਉਹਨੇ ਸਿਰਫ ਵੇਖਣਾ ਵੀ ਇੰਨੇ ਸਾਲਾਂ 'ਚ ਇਹਨੇ ਜਪਿਆ ਕਿੰਨਾ ਕੁ। ਉਹਨੇ ਸਿਰਫ ਇੱਕ ਗੱਲ ਹੀ ਪੁੱਛਣੀ ਹੈ ਵੀ ਕੀ ਕੁਝ ਕੀਤਾ ਹੈ। ਨਹੀਂ ਕੀਤਾ ਤੇ ਬਹੁਤ ਕੁਝ ਸਾਹਮਣੇ ਵੈਸੇ ਹੀ ਆ ਜਾਂਦਾ ਹੈ। ਇੱਕ ਗੱਲ ਪੁੱਛਣੀ ਵੀ ਕੀ ਕਰਕੇ ਆਇਆ ਹੈ, ਤੈਨੂੰ ਕੀ ਕਰਨ ਵਾਸਤੇ ਭੇਜਿਆ ਸੀ, ਕੀ ਕਰਦਾ ਰਿਓ। ਬਸ ਇਹੀ ਕੁਝ ਰੱਬ ਦੇ ਘਰੇ। ਤੇ ਜੇ ਬੰਦਾ ਮੁਕਰੇਗਾ ਉੱਥੇ, ਨਹੀਂ ਜੀ ਮੈਂ ਐ ਜੀ ਐ ਜੀ ਐ, ਉਹ ਫਿਰ ਪਛਤਾਉਂਦਾ ਤੇ ਜ਼ਰੂਰ ਹੈ ਉੱਥੇ। ਫਿਰ ਉਹ ਸਾਰਾ ਕੁਝ ਸਾਹਮਣੇ ਵਿਖਾ ਦਿੰਦੇ, ਕਹਿੰਦੇ ਆਹ ਦੱਸ ਹੁਣ। ਮਨੁੱਖ ਨੂੰ ਵਿਖਾ ਦਿੰਦੇ, ਦੱਸ ਪ੍ਰਵਾਨ ਹੋ ਸਕਦਾ ਹੈ, ਕਰ ਲਈਏ ਤੈਨੂੰ ਪ੍ਰਵਾਨ। ਮਨੁੱਖ ਕੋਲ ਇਹ ਨਹੀਂ ਹੁੰਦਾ ਕਹਿਣ ਲਈ ਵੀ ਮੈਂ ਆਹ ਵੇਖੋ ਜੀ ਆਹ ਕੀਤਾ। ਉਹ ਬੁਰੇ ਕਰਮ ਇੰਨੇ ਕੁ ਸਾਹਮਣੇ ਖੜੇ ਕਰ ਦਿੰਦੇ ਨੇ, ਚੰਗੇ ਵੀ ਉਹ ਦਬਾਏ ਜਾਂਦੇ ਕਰਮ ਜਿਹੜੇ ਕੀਤੇ ਹੁੰਦੇ ਕਿ ਹਾਵੀ। ਤੇ ਫਿਰ ਉਹ ਜਿਹੜੀ ਚੀਜ਼ ਜ਼ਿਆਦਾ ਹੁੰਦੀ ਹੈ, ਪ੍ਰਭਾਵ ਤੇ ਉਹਦਾ ਹੀ ਪੈਣਾ ਨਾ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ, ਚੰਗੇ ਅਮਲ ਨਾਲ ਜਾਣੇ ਆ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਅਧੂਰ। ਮਹਾਰਾਜ ਕਹਿੰਦੇ ਮਾਇਆ ਦਾ ਹੰਕਾਰ ਨਾ ਕਰ, ਮਾਇਆ ਚੰਨਾ ਨਾ ਉਹ, ਰੱਬ ਨੂੰ ਜਪਿਆ ਕਰ, ਇਹ ਤੇਰੇ ਨਾਲ ਨਹੀਂ ਜਾਣੀ ਹੈ। ਕਹੋ ਨਾਨਕ ਬਿਨ ਹਰਿ ਭਜਨ। ਮਹਾਰਾਜ ਕਹਿੰਦੇ ਹੈ ਨਾਨਕ ਭਜਨ ਤੋਂ ਬਗੈਰ ਪਰਤ ਤਾਹੇ ਜਮ ਫੰਦ। ਮਹਾਰਾਜ ਕਹਿੰਦੇ ਜਮਾਂ ਦੇ ਵਸ ਪੈ ਜਾਏਗਾ, ਜਮਾਂ ਨੇ ਤੈਨੂੰ ਪਕੜ ਲੈਣਾ ਹੈ। ਜੇ ਜਪੇਗਾ ਨਹੀਂ ਤੇ ਫਿਰ ਜਮਾਂ ਦੇ ਵਸ ਪੈਣਾ ਹੈ ਤੂੰ। ਜੇ ਜਪੇਗਾ, ਜੇ ਇੱਥੇ ਰਹਿ ਕੇ ਸੱਚ ਨਾਲ ਜੁੜੇਗਾ, ਸੇਵਾ ਕਰੇਗਾ, ਫਿਰ ਮਹਾਰਾਜ ਕਹਿੰਦੇ ਫਿਰ ਪਤਾ ਕਿੱਥੇ ਜਾਏਗਾ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ। ਜੇ ਜਪੇਗਾ ਨਹੀਂ ਤੇ ਮਹਾਰਾਜ ਕਹਿੰਦੇ ਫਿਰ ਅੱਜ ਸਤਿਗੁਰਾਂ ਨੇ ਕਹਿ ਦਿੱਤਾ, ਪਰਤ ਤਾਹੇ ਜਾਮ ਫੰਦ। ਜਮਾਂ ਦੀ ਫਾਹੀ ਪਏਗੀ ਤੇਰੇ ਗੱਲ 'ਚ। ਜੋ ਜਮ ਆਏ ਕੇਸ ਗਏ ਪਟਕੇ। ਉਹ ਬੰਦੇ ਨੇ ਗੁਨਾਹ ਜਿਹੋ ਜਿਹਾ ਕੀਤਾ ਹੋਵੇ ਉਹਨੂੰ ਕੇਸਾਂ ਤੋਂ ਫਿਰ ਧੂ ਗਿਰ ਜਾਂਦੇ ਆ ਜੇ ਗੁਨਾਹ ਕੀਤੇ ਆ। ਆ ਕਈ ਵਾਰੀ ਨਾ ਬੰਦਾ ਇੰਨਾ ਕੋ ਪਾਪ ਕਰਦੇ, ਪੁਲਿਸ ਲੈ ਕੇ ਜਾਂਦੀ ਹੈ ਨਾ, ਫਿਰ ਬੜੀ ਬੁਰੀ ਤਰ੍ਹਾਂ ਮਾਰਦੇ ਨੇ ਕੇਸਾਂ ਤੋਂ ਧੂ ਕੇ। ਕੋਈ ਕ੍ਰਾਈਮ ਹੀ ਇਹੋ ਜਿਹਾ ਕੀਤਾ ਉਹਨੇ। ਤੇ ਜੇ ਬੰਦਾ ਕੋਈ ਧਰਮ ਦਾ ਕੰਮ ਜੇ ਪੁਲਿਸ ਵੀ ਫੜਨ ਆਵੇ ਨਾ, ਚੰਗਾ ਕੰਮ ਉਹ ਵੀ ਸਤਿਕਾਰ ਦਿੰਦੀ ਹੈ ਵੀ ਚੰਗਾ ਕਰਕੇ, ਚੰਗਾ ਕੀਤਾ ਤੂੰ, ਉਹ ਸਤਿਕਾਰ ਨਾਲ ਲੈ ਕੇ ਜਾਂਦੀ। ਉਹ ਵੀ ਉਹਨਾਂ 'ਚ ਹਿੰਮਤ ਨਹੀਂ ਹੁੰਦੀ, ਉਹਨਾਂ ਚੰਗਾ ਕੀਤਾ ਹੁੰਦਾ ਹੈ। ਮਹਾਰਾਜ ਇਹੀ ਗੱਲ ਹੀ ਸਾਨੂੰ ਕਹਿੰਦੇ ਹੈ, ਉਹ ਭਲਿਆ ਜੇ ਉਹਦੇ ਨਾਲ ਜੁੜੇਗਾ ਤੇ ਤੈਨੂੰ ਮਾਣ ਸਤਿਕਾਰ। ਰੇ ਦਰਗਾਹ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦਿਓ। ਤੂੰ ਜਮਾਂ ਦੇ ਘਰ ਜ਼ਰੂਰ ਜਾਣਾ ਹੈ, ਤੂੰ ਤੇ ਸਵਰਗ 'ਚ ਜਾਣ ਵਾਸਤੇ ਆਇਆ। ਜੇ ਇੱਥੇ ਨਹੀਂ ਜਪੇਗਾ ਫਿਰ ਵੈਸੇ ਤੇ ਸਤਿਗੁਰੂ ਕਹਿੰਦੇ ਜਮਾਂ ਨੇ ਸਾਨੂੰ ਇੱਥੋਂ ਹੀ ਪਕੜਿਆ ਹੋਇਆ ਕੇਸਾਂ ਦੇ ਉੱਪਰੋਂ, ਬਸ ਸਵਾਸ ਨਿਕਲਦੀ ਦੇਰ ਧੂ ਕੇ ਲੈ ਜਾਂਦੇ ਇੱਥੋਂ। ਉਹ ਅਜ਼ਰਾਈਲ ਇੱਕ ਫਰਿਸ਼ਤਾ ਹੈ ਜਿਹੜਾ ਸਾਨੂੰ ਲੈ ਕੇ ਜਾਂਦਾ ਇੱਥੋਂ। ਇਸਲਾਮ ਧਰਮ ਦੇ ਅੰਦਰ ਗੁਰੂ ਗ੍ਰੰਥ ਸਾਹਿਬ 'ਚ ਭਗਤ ਕਬੀਰ ਜੀ ਦੇ ਸ਼ਬਦਾਂ 'ਚ ਬਹੁਤ ਗੱਲ ਕੀਤੀ ਹੈ।
ਵੀ ਜਦੋਂ ਆਏਗਾ ਤੈਨੂੰ ਉਹਨੇ ਵੇਖਣਾ ਇਹਦਾ ਜੀਵਨ ਕਿਹੋ ਜਿਹਾ ਹੈ, ਫਿਰ ਉਸ ਤਰੀਕੇ ਨਾਲ ਤੈਨੂੰ ਉਹਨੇ ਉੱਥੇ ਲੈ ਕੇ ਜਾਣਾ ਹੈ। ਜੇ ਤੇ ਅਸੀਂ ਕਰਮ ਸਾਡੇ ਇਹੋ ਜਿਹੇ ਨੇ ਉਹਨਾਂ ਨੇ ਉਸ ਪਾਸੇ ਲੈ ਕੇ ਜਾਣਾ ਜਿੱਥੇ ਆਨੰਦ ਹੀ ਆਨੰਦ ਹੈ। ਜੇ ਕਰਮ ਠੀਕ ਨਹੀਂ ਹੈ ਫਿਰ ਜਮਾਂ ਦੇ ਘਰ ਵਸ ਪੈਣਗੇ, ਬੜਾ ਫਿਰ ਤਕਲੀਫ ਦੁੱਖ। ਉਹ ਜਮਾਦਾਰ ਦੇ ਤੇ ਇਹ ਵੀ ਨਹੀਂ ਹੈ ਵੀ ਕੋਈ ਸਿੰਘਾਂ ਵਾਲੇ ਅੱਗੇ ਸਾਨੂੰ ਮਿਲਣ ਵਾਲੇ ਨੇ, ਉਹ ਜਮਾਦਾਰ ਤੇ ਵਿਕਾਰ ਵੀ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਜਿਹੜਾ ਬੰਦਾ ਇਹਨਾਂ ਦੇ ਅਧੀਨ ਹੈ ਨਾ ਉਹ ਵੀ ਇਹ ਜਮਾਂ ਦੇ ਵਾਸੀ ਪਿਆ ਹੋਇਆ ਇੱਥੇ ਵੀ, ਇਹ ਜਾਮੀ ਹੈ। ਕਾਮ ਵੀ ਜਾਮ ਹੈ, ਕ੍ਰੋਧ ਲੋਭ ਮੋਹ ਅਹੰਕਾਰ, ਨਸ਼ਾ ਵੀ ਇੱਕ ਜਾਮ ਹੈ ਤੇ ਇਹਨਾਂ ਨੇ ਲਾਇਆ ਹੋਇਆ। ਦੁੱਖ ਹੀ ਭੋਗਦਾ ਉਹ ਬੰਦਾ, ਅੱਗੇ ਵੀ ਫਿਰ ਉਹਨੂੰ ਸਜ਼ਾ ਮਿਲਣੀ ਹੈ। ਉਹ ਮਸੰਦਾਂ ਨੇ ਕੁਝ ਗਲਤ ਕੰਮ ਕੀਤੇ, 2 ਵਾਰੀ ਮਸੰਦ ਸਾਡੇ 10ਵੇਂ ਪਾਤਸ਼ਾਹ ਨੇ ਉਹਨਾਂ ਨੂੰ ਇੱਥੇ ਹੀ ਜਮਾਂ ਦੇ ਘਰ ਭੇਜ ਦਿੱਤਾ। ਇੱਕ ਵਾਰੀ ਸੀਰੇ 'ਚ ਪਾ ਕੇ ਮਹਾਰਾਜ ਨੇ ਸਾੜੇ ਸੀ ਤੇ ਇੱਕ ਵਾਰੀ ਤੇਲ 'ਚ ਪਾ ਕੇ ਸਾੜੇ ਹਨ। ਉਹਨਾਂ ਨੇ ਕਰਮ ਇਹੋ ਜਿਹੇ ਕੀਤੇ, ਕਰਮਾਂ ਦੀ ਸਜ਼ਾ ਉਹਨਾਂ ਨੂੰ ਮਿਲੀ। ਜਿਨ੍ਹਾਂ ਨੂੰ ਗੁਰੂ ਕੜਾਹੇ 'ਚ ਪਾ ਕੇ ਸਾੜਦਾ ਦੱਸੋ ਉਹ ਅੱਗੇ ਕਿੱਥੇ ਸਵਰਗਾਂ 'ਚ ਜਾਣਗੇ ਵੀ। ਜਿਹੜੇ ਇੱਥੇ ਗੁਰੂ ਸਾਹਿਬ ਦੀ ਖੁਸ਼ੀ ਨਹੀਂ ਲੈ ਸਕੇ ਅੱਗੇ ਕਿਹੜੇ ਉਹ ਸਵਰਗ ਖੁੱਲੇ ਨੇ ਉਹਨਾਂ ਵਾਸਤੇ ਵੀ ਉਹਨਾਂ ਨੇ ਉੱਥੇ ਸਦੀਵ ਕਾਲ ਵਾਸਤੇ ਜਾ ਕੇ ਰਹਿਣਾ। ਮਹਾਰਾਜ ਕਹਿੰਦੇ ਫਿਰ ਤੇ ਜਮਾਂ ਦੇ ਘਰ ਪਏਗਾ, ਫਿਰ ਤੇ ਉਹ ਕਿਉਂਕਿ ਇੱਥੇ 100 ਉਲਾਮੇ ਦਿਨੇ ਕੇ ਰਾਤੀ ਮਿਲਨ ਸਹੰਸ, ਸਿਵਤ ਸਲਾਹਨ ਛੱਡ ਕੇ ਕੁਰੰਗੀ ਲੱਗਾ। ਹੰਸ ਹੈ ਹੰਸ ਸੀ ਤੇ ਲੱਗਾ ਮੁਰਦਿਆਂ ਦੇ ਪਿੰਜਰ ਦੇ ਉੱਪਰ ਹੈ। ਹੰਸ ਤੇ ਕਦੀ ਮਾਸ ਨਹੀਂ ਨੋਚ ਕੇ ਖਾਂਦਾ, ਹੰਸ ਤੇ ਹੀਰੇ ਮੋਤੀ ਚੁਗਦਾ। ਸਿੱਖ ਹੰਸ ਦੀ ਨਿਆਈ ਸੀ, ਨਾਮ ਜਪਣ ਵਾਲਾ ਬਾਣੀ ਪੜਨ ਵਾਲਾ ਲੱਗ ਕਿਸ ਪਾਸੇ ਗਿਆ, ਪੈ ਨਸ਼ਿਆਂ 'ਚ ਗਿਆ, ਹੋਰਨਾਂ ਪਾਸੇ ਨਾਸਤਿਕਤਾ ਦੇ ਅੰਦਰ ਆਪਣੇ ਆਪ ਨੂੰ ਸੁੱਟ ਦਿੱਤਾ। ਹੰਸੁਕ ਰੰਗ ਨਹੀਂ ਖਾਂਦਾ। ਭਾਈ ਪਾਰੂ ਨੂੰ ਮਹਾਰਾਜ ਨੇ ਪਰਮਹੰਸ ਕਿਹਾ ਸੀ। ਹੰਸਾ ਹੀਰਾ ਮੋਤੀ ਚੁਗਣਾ ਬੱਗ ਡੱਡਾ ਭਰਦਾ। ਮਹਾਰਾਜ ਕਹਿੰਦੇ ਤੂੰ ਤੇ ਆਨੰਦ ਲੈਣ ਆਇਆ ਸੀ, ਤੂੰ ਤੇ ਜਪਣ ਹੀ ਆਇਆ ਸੀ, ਤੂੰ ਤੇ ਆਇਓ ਪੜਨ ਸੁਣ ਕੋ ਬਾਣੀ ਸੀ, ਲੱਗ ਕਿਹੜੇ ਕੰਮਾਂ 'ਚ ਗਿਓ। ਤੇ ਮਹਾਰਾਜ ਕਹਿੰਦੇ ਫਿਰ ਤੇ ਜਮਾਂ ਦੇ ਘਰ ਹੀ ਜਾਣਾ ਹੈ। ਜੇ ਅਸੀਂ ਉਹ ਇਤਿਹਾਸ ਤੇ ਨਿਗਾਹ ਮਾਰੀਏ ਤੇ ਮਹਾਰਾਜ ਨੇ ਉਹ ਬਹੁਤ ਵਾਰੀ ਉਹ ਭਾਈ ਕਿਰਤੀਆ ਜਿਹੜਾ ਹੈ ਉਹਦਾ ਪਿਓ ਰੇਸ਼ ਦੀ ਜੋਨੀ ਚੋਂ ਉਹ ਜਮਾਂ ਦੇ ਵਾਸੀ ਪੈਂਦਾ। ਹੋਰ ਕੀ ਹੈ ਮਨੁੱਖ। ਉਹ ਭਾਈ ਦੁਨੀ ਚੰਦ ਦੀ ਗੱਲ ਕੀਤੀ, ਉਹਦਾ ਬਾਪ ਬਘਿਆੜ ਦੀ ਜੋਨ 'ਚ ਪਿਆ ਹੋਇਆ। ਮਹਾਰਾਜ ਕਹਿੰਦੇ ਜਪ ਉਹਨਾਂ ਭੈੜੀਆਂ ਜੋਨੀਆਂ ਤੋਂ ਬਚ ਸਕਦਾ ਹੈ ਤੂੰ। ਪਰ ਇੱਥੇ ਸੰਸਾਰ 'ਚ ਰਹਿਣਾ ਗੁਰਮੁਖੋ ਆਪਣੇ ਆਪ ਨੂੰ ਜਿੱਤਣਾ ਬੜਾ ਔਖਾ ਹੈ। ਉਪਰਾਮ ਹੋ ਜਾਣਾ, ਮੇਰੇ ਅੰਦਰ ਲੋਭ ਨਹੀਂ ਹੈ, ਮੋਹ ਨਹੀਂ ਹੈ, ਅਹੰਕਾਰ ਨਹੀਂ ਹੈ, ਈਰਖਾ ਨਹੀਂ ਹੈ, ਦੁਵੈਤ ਭਾਵਨਾ ਨਹੀਂ, ਨਿੰਦਿਆ ਨਹੀਂ ਹੈ, ਉਹ ਚੁਗਲੀ ਨਹੀਂ ਹੈ, ਬੜਾ ਬਚਾਉਣਾ। ਇੱਥੇ ਤੇ ਸਦਾ ਉਹ ਭਗਤ ਮਾਲਾ 'ਚ ਲਿਖਿਆ ਨਾ ਵੀ ਗਊ ਦੇ ਪਿੱਛੇ ਕੋਈ ਹਥਿਆਰੇ ਲੱਗੇ ਤੇ ਬੈਠਾ ਸੀ ਅੱਗੇ ਇੱਕ ਬੰਦਗੀ ਕਰਨ ਵਾਲਾ, ਕਰ ਬੰਦਗੀ ਰਿਹਾ ਤੇ ਉਹ ਹਥਿਆਰਿਆਂ ਨੇ ਪੁੱਛ ਲਿਆ ਵੀ ਇੱਧਰ ਗਊ ਲੰਘੀ ਹੈ ਤੇ ਉਹਨੂੰ ਪਤਾ ਵੀ ਲੱਗ ਗਿਆ ਵੀ ਇਹਨਾਂ ਦੇ ਹੱਥਾਂ 'ਚ ਹਥਿਆਰ ਪਕੜੇ ਨੇ ਇਹਨਾਂ ਨੇ। ਉਹਨੇ ਕਿਤੇ ਹੱਥ ਕਰ ਦਿੱਤਾ ਉਸ ਪਾਸੇ ਨੂੰ, ਕਹਿੰਦੇ ਇੱਧਰ ਗਈ ਤੇ ਉਹ ਫਿਰ ਕਹਿੰਦੇ ਸਜ਼ਾ ਮਿਲੀ ਵੀ ਉਹਦਾ ਹੱਥ ਕੱਟਿਆ। ਫਿਰ ਜੀ ਪੁੱਛਿਆ ਕਿਉਂ ਕੱਟਿਆ, ਕਹਿੰਦੇ ਜੀ ਬਸ ਗਲਤ। ਇਸ ਤਰ੍ਹਾਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਬੜਾ ਔਖਾ ਹੈ। ਆਗੇ ਤੇ ਆਗੇ ਜਮ ਦਲ ਬਿਖਮ ਘਣਾ, ਉਹ ਜਮਾਂ ਦਾ ਦਲ ਬੜਾ ਬਿਖਮ ਹੈ, ਬੜਾ ਘਣਾ, ਬੜੀ ਉੱਥੇ ਦੁੱਖ ਹੈ, ਕਲੇਸ਼ ਹੈ, ਬੜੀ ਮਾਰ ਪੈਂਦੀ ਹੈ। ਗੁਰੂ ਸਾਹਿਬ ਜੀ ਕਹਿੰਦੇ ਉੱਥੇ ਮਹਾਰਾਜ ਕਹਿੰਦੇ ਜੇ ਹੁਣ ਨਹੀਂ ਜਪੇਗਾ, ਹੁਣ ਗੋਬਿੰਦ ਮਿਲਨ ਕੀਏ ਤੇਰੀ ਬਰੀਆ ਹੈ। ਅਵਰ ਕਾਜ ਤੇਰੇ ਕਿਤੇ ਨਾ ਜਿਹੜਾ ਕੰਮਾਂ ਲਈ ਭੱਜਾ ਫਿਰਦਾ ਹੈ ਨਾ, ਧਰਮ ਦੀ ਦੁਨੀਆ 'ਚ ਕਿਸੇ ਕੰਮ ਨਹੀਂ ਆਉਣੇ ਹੈ। ਵੈਸੇ ਮਨੁੱਖ ਜੋ ਕਰਮ ਕਰਦਾ ਹੈ ਨਾ ਉਹ ਧਰਮ ਦੀ ਦੁਨੀਆ ਦੇ ਕੰਮ ਨਹੀਂ। ਕਰਮ ਉਹ ਕਰਨੇ ਚਾਹੀਦੇ ਸਾਨੂੰ ਜਿਹੜੇ ਕਰਮ ਰੱਬ ਦੇ ਨੇੜੇ ਲੈ ਕੇ ਜਾਣ। ਅਸੀਂ ਉਹ ਕਰਮ ਕਰਦੇ ਜਿਨ੍ਹਾਂ ਨੇ ਸਾਨੂੰ ਰੱਬ ਤੋਂ ਬਹੁਤ ਦੂਰ ਕਰ ਦਿੱਤਾ। ਅਸੀਂ ਕਰਮ ਕੀਤੇ ਹੀ ਉਹ ਜਿਹੜੇ ਸਾਨੂੰ ਰੱਬ ਤੋਂ ਕਾਫੀ ਦੂਰ ਲੈ ਗਏ। ਹੁਣ ਕਈ ਵਾਰੀ ਕੋਈ ਮਿਲਣਾ ਵੀ ਚਾਹੁੰਦਾ, ਨੇੜੇ ਨਹੀਂ ਹੋਇਆ ਜਾਂਦਾ ਰੱਬ ਦੇ, ਦੂਰ ਹੀ ਇੰਨੇ ਕੁ ਨਿਕਲ ਗਏ। ਫਾਸਲਾ ਹੀ ਇੰਨਾ ਕੁ, ਵਿੱਥ ਹੀ ਇੰਨੀ ਕੁ ਪੈ ਗਈ, ਹੁਣ ਉਹ ਦੂਰੀ ਤੈਅ ਹੀ ਨਹੀਂ ਕੀਤੀ ਜਾ ਸਕਦੀ।
ਵਿਛੜਿਆ ਨੂੰ ਚਿਰ ਹੋ ਗਿਆ ਤੇ ਰਸਤਾ ਹੀ ਗੁਰੂ ਦਾ ਮਾਰਗ ਇਸ ਪਾਸੇ ਨੂੰ ਸੀ ਤੇ ਤੁਰੇ ਅਸੀਂ ਇਸ ਪਾਸੇ ਨੂੰ, ਨਿਕਲ ਹੀ ਬੜੇ ਦੂਰ ਗਏ। ਉਹ ਟ੍ਰੇਨ ਦੀ ਲੀਹ ਹੁੰਦੀ ਹੈ ਨਾ, ਜਦੋਂ ਕਾਂਟਾ ਬਦਲਦੇ ਨਾ ਸਿਰਫ ਸੂਈ ਜਿੰਨੀ ਨੱਕੇ, ਸੂਈ ਦੇ ਨੱਕੇ ਜਿੰਨੀ ਉਹ ਸਿਰਫ ਵਿੱਥ ਹੁੰਦੀ ਹੈ, ਕਾਂਟਾ ਬਦਲਿਆ ਜਾਂਦਾ ਹੈ। ਤੇ ਜੇ ਉਹ ਕਾਂਟਾ ਗਲਤ ਬਦਲਿਆ ਜਾਵੇ ਤੇ ਉਹ ਸੂਈ ਦੇ ਨੱਕੇ ਤੋਂ ਪਈ ਟ੍ਰੇਨ ਦੀ ਲਾਈਨ ਦੀ ਵਿੱਥ ਉਹ ਟ੍ਰੇਨ ਨੂੰ ਕੋਹਾ ਦੂਰ ਲਿਜਾ ਕੇ ਖੜਾ ਕਰ ਦਿੰਦੀ ਹੈ। ਸਾਡੀ ਵੀ ਹਾਲਤ ਇਹੀ ਹੈ। ਰੱਬ ਰੂਪ ਸਾਂ ਕਿਸੇ ਸਮੇਂ ਸੂਈ ਦੇ ਨੱਕੇ ਤੋਂ ਵੀ ਬਰੀਕ ਵਿੱਥ ਇੱਕ ਵਾਰੀ ਪੈ ਗਈ, ਆ ਗਏ ਸੰਸਾਰ ਤੇ ਲਿਵ ਛੁੜਕੀ, ਤੇ ਫਿਰ ਇੰਨੇ ਕੁ ਦੂਰ ਨਿਕਲ ਗਏ ਗੁਰੂ ਤੇ ਰੱਬ ਤੋਂ, ਉਹ ਕਦੇ ਦੂਰੀ ਤੈਅ ਕਰਕੇ ਅਸੀਂ ਰੱਬ ਨਾਲ ਮਿਲ ਹੀ ਨਹੀਂ ਸਕੇ। ਦੂਰ ਹੀ ਇੰਨੇ ਕੁ ਨਿਕਲ ਗਏ ਨਾ, ਪਰਿਵਾਰ ਸੰਸਾਰ ਦੇ ਮੋਹ 'ਚ ਫਸੇ ਹੋਏ, ਧਨ ਪਿੱਛੇ ਦੌੜਦੇ ਦੌੜਦੇ ਉੱਥੇ ਚਲੇ ਗਏ ਜਿੱਥੋਂ ਵਾਪਸ ਮੋੜ ਹੀ ਨਹੀਂ ਸਕਦੇ। ਤੇ ਜੇ ਕਿਤੇ ਬਚਪਨ ਤੋਂ ਹੀ ਕਿਤੇ ਇੱਧਰ ਜੁੜੇ ਰਹਿੰਦੇ, ਨੇੜਤਾ ਹੁੰਦੀ ਸਾਡੀ ਗੁਰੂ ਸਾਹਿਬ ਦੇ ਨਾਲ, ਤੇ ਗੁਰੂ ਸਾਹਿਬ ਨੇ ਮਿਲਾ ਵੀ ਦੇਣਾ ਸੀ ਇੱਕ ਦਿਨ। ਜੇ ਹੁਣ ਚਲੋ ਮਹਾਰਾਜ ਕੋਲ ਆਈਏ, ਮਹਾਰਾਜ ਕਹਿੰਦੇ ਤੂੰ ਦੂਰ ਹੀ ਬੜਾ ਨਿਕਲਿਆ, ਹੁਣ ਕਿਵੇਂ ਏਡੀ ਛੇਤੀ ਮੇਲ ਹੋਏਗਾ, ਦੱਸ ਤੇਰਾ ਯਤਨ ਹੈ। ਆਪਾਂ ਸਾਰੇ ਇਸ ਕਰਕੇ ਆਉਣੇ ਆ, ਮਹਾਰਾਜ ਮੇਲ ਕਰਾ ਦਿਓ ਰੱਬ ਨਾਲ। ਇੱਛਾ ਸਾਡੀ ਸਾਰਿਆਂ ਦੀ, ਰੋਜ਼ ਆਉਣ ਵਾਲਿਆਂ ਦੀ ਇੱਛਾ ਇਹ ਹੀ ਹੈ। ਹਾਂ ਕਿਤੇ ਕਿਤੇ ਆਉਣ ਵਾਲੇ ਹੋ ਸਕਦੇ ਦਾਤਾ ਮੰਗਦੇ ਆਉਂਦੇ ਆਉਣ, ਚਲੋ ਅਸੀਂ ਪਹਿਲਾਂ ਮੰਗਣ ਤੋਂ ਹੀ ਸ਼ੁਰੂ ਕੀਤਾ ਹੋਏਗਾ, ਤੇ ਹੁਣ ਸਾਡੀਆਂ ਦਾਤਾਂ ਨਹੀਂ, ਹੁਣ ਤੇ ਵੈਸੇ ਹੀ ਪਿਆਰ ਕਰਕੇ ਆਉਣੇ ਆ। ਤੇ ਪਿਆਰ ਕਰਕੇ ਆਉਣ ਦਾ ਮਤਲਬ ਵੀ ਇਹ ਵੀ ਅਸੀਂ ਰੱਬ ਨੂੰ ਮਿਲਣਾ ਚਾਹੁੰਦੇ ਹਾਂ। ਭਾਵੇਂ ਇਹ ਗੱਲ ਨਹੀਂ ਵੀ ਅਸੀਂ ਤੇ ਕਹਿੰਦੇ ਆ ਨਾ ਵੀ ਅਸੀਂ ਰੱਬ ਨੂੰ ਮਿਲਣਾ ਚਾਹੁੰਦੇ ਹਾਂ, ਰੋਜ਼ ਭਾਵਨਾ ਹੀ ਇਹ ਵੀ ਅਸੀਂ ਰੱਬ ਨੂੰ ਮਿਲਣਾ ਚਾਹੁੰਦੇ ਹਾਂ। ਉਹ ਸਾਡੀ ਦੂਰੀ ਮਿਟ ਜੇ, ਜਿਹੜੀ ਅਸੀਂ ਦੂਰੀ ਬਣਾ ਚੁੱਕੇ ਹਾਂ ਬਚਪਨ ਤੋਂ। ਮਹਾਰਾਜ ਕਿੰਨੇ ਬਹੁਤ ਜਨਮ ਵਿਛੜੇ ਥੇ ਮਾਧੋ, ਮਹਾਰਾਜ ਮੈਂ 40 ਸਾਲਾਂ ਦਾ ਹੋ ਗਿਆ, ਕੋਈ 40 ਸਾਲ ਨਹੀਂ ਮੈਨੂੰ ਵਿਛੜੇ ਨੂੰ ਹੋਏ, ਤੇਰੇ ਨਾਲੋਂ ਦੂਰ ਹੋਇਆ ਨੂੰ। ਬਹੁਤ ਜਨਮ ਵਿਛੜੇ ਤੇ ਉਹ ਜਨਮਾਂ ਦਾ ਜਿਹੜਾ ਫਾਸਲਾ ਨਾ, ਪੈਂਡਾ ਮੁਕਾਉਣ ਲਈ ਮੈਂ ਤੁਹਾਡੇ ਕੋਲ ਆਉਣਾ ਹੈ। ਉਹ ਪੈਂਡਾ ਦੂਰ ਕਰ ਦਿਓ, ਕੱਟ ਦਿਓ ਪੈਂਡਾ। ਉਹ ਫਿਰ ਗੁਰੂ ਪੈਂਡਾ ਕੱਟਣ ਲਈ ਇੱਕ ਪੁਲ ਬਣਾਉਂਦਾ ਹੈ, ਉਹ ਧਰਮ ਦਾ ਪੁਲ ਹੈ। ਉਸ ਪੁਲ ਦੇ ਉੱਪਰ ਗੁਰੂ ਸਾਹਿਬ ਫਿਰ ਨਿਗਾਹ ਦਿੰਦਾ ਹੈ, ਫਿਰ ਉਹ ਬੜੀ ਛੇਤੀ ਮਿਲਾਪ ਕਰਾ ਦਿੰਦਾ ਹੈ। ਅਸੀਂ ਕਈ ਜਨਮ ਨਹੀਂ ਸਭ ਮਿਲ ਸਕਦੇ, ਗੁਰੂ ਬਖਸ਼ਿਸ਼ ਕਰੇਗਾ, ਉਹ ਇੱਕ ਸਕਿੰਟ 'ਚ ਵੀ ਮਿਲਾ ਦਿੰਦਾ ਹੈ। ਬਸ ਬਖਸ਼ਿਸ਼ ਉਹਦੀ, ਗੁਰਪ੍ਰਸਾਦ, ਗੁਰੂ ਕਿਰਪਾ ਵਰਤਣੀ ਚਾਹੀਦੀ ਹੈ। ਗੁਰੂ ਕੋ ਰੌਣ ਦਾ ਸਾਡਾ ਮਨੋਰਥ ਹੈ। ਪੰਕਤੀਆਂ ਕੱਲ ਪਰਸੋਂ ਵੀ ਪੜੀਆਂ, ਜੈਸਾ ਸਤਿਗੁਰੂ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਛੜਿਆ, ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਟ। ਹੁਣ ਬੰਦਿਆ ਤੂੰ ਵੇਖ, ਸਵਰਗ 'ਚ ਜਾਣਾ ਹੈ ਕਿ ਜੰਮ ਕੇ ਧਾਮ ਜਾਣਾ ਹੈ, ਇਹ ਹੁਣ ਅਸੀਂ ਵੇਖਣਾ। ਕਿਸੇ ਘਰੇ ਕਲੇਸ਼ ਹੋਵੇ ਇਹਨਾਂ ਦੇ, ਤੁਸੀਂ ਉੱਥੇ ਜਾਂਦੇ ਨਹੀਂ ਜੇ, ਤੁਹਾਨੂੰ ਪਤਾ ਲੱਗਦਾ ਨਾ ਵੀ ਉਹ ਤੇ ਘਰੇ ਕਲੇਸ਼ ਰੱਖਦੇ ਆ, ਤੁਹਾਡਾ ਜਾਣ ਨੂੰ ਦਿਲ ਨਹੀਂ ਕਰੇਗਾ ਉੱਥੇ। ਤੇ ਜਿੱਥੇ ਹੈ ਨਰਕ ਨੇ, ਫਿਰ ਕਿਉਂ ਨਹੀਂ ਯਤਨ ਕਰਦਾ ਵੀ ਉੱਥੇ ਤੂੰ ਜਾਵੇਂ ਹੀ ਨਾ ਕਦੇ। ਇਹ ਯਤਨ ਨਹੀਂ ਅਸੀਂ ਕਦੇ ਕੀਤਾ। ਮੈਂ ਨਹੀਂ ਸਵਰਗਾਂ 'ਚ, ਮੈਂ ਨਹੀਂ ਨਰਕਾਂ 'ਚ ਜਾਣਾ, ਮੈਂ ਤੇ ਸਵਰਗਾਂ 'ਚ ਜਾਣਾ ਹੈ। ਤੇ ਮੇਰੇ ਖਿਆਲ ਸਾਡੀ ਸੋਚ ਹੈ, ਮੈਂ ਨਹੀਂ ਸਵਰਗਾਂ 'ਚ ਜਾਣਾ, ਮੈਂ ਤਾਂ ਇੱਥੇ ਹੀ ਠੀਕ ਹੈ। ਇੱਥੇ ਤਾਂ ਫਿਰ ਨਰਕ ਹੀ ਹੈ, ਇੱਥੇ ਤਾਂ ਜੰਮ ਕੇ ਧਾਮ ਹੀ ਹੈ। ਇੱਥੇ ਕਾਰਾਂ ਦੇ ਵਸ ਪਏ ਆ, ਅੱਗੇ ਪਤਾ ਨਹੀਂ ਕਿਹੋ ਜਿਹਾ, ਉਹ ਤੇ ਕੋਈ ਗਿਆ ਤੇ ਉਹਨੂੰ ਪਤਾ ਹੈ ਵੀ ਕਿੰਨੀ ਕੋਈ ਮਾਰ ਪੈਂਦੀ ਹੈ, ਕਿਹੋ ਜਿਹਾ ਉੱਥੇ ਮਾਹੌਲ ਹੈ, ਕੀ ਕੁਝ ਹੈ, ਉਹ ਫਿਰ ਉਹ ਅਗਲਿਆਂ ਨੂੰ ਪਤਾ ਹੈ। ਗੁਰੂ ਸੁਚੇਤ ਜ਼ਰੂਰ ਕਰਦੇ ਵੀ ਤੂੰ ਹੁਣ ਸਵਰਗ 'ਚ ਜਾਣਾ ਹੈ, ਸੱਚਖੰਡ ਦਾ ਵਾਸੀ ਬਣਨਾ ਹੈ ਕਿ ਨਰਕਾਂ ਦਾ ਵਾਸੀ ਬਣਨਾ ਹੈ। ਗੁਰਬਾਣੀ ਸਾਨੂੰ ਸੱਚਖੰਡ, ਤੁਸੀਂ ਨਾ ਬਾਣੀ ਪੜ੍ਹੋ, ਬਾਣੀ ਉਸ ਸਮੇਂ ਜਿੰਨਾ ਚਿਰ ਬਾਣੀ ਪੜ੍ਹਦੇ ਹੋ ਤੁਸੀਂ ਸੱਚਖੰਡ ਦੇ ਵਾਸੀ ਬਣ ਜਾਂਦੇ ਹੋ, ਕਿਉਂਕਿ ਸੱਚਖੰਡ ਵਸੇ ਨਿਰੰਕਾਰ ਸੱਚ ਕੀ ਹੈ ਬਾਣੀ। ਜਿੰਨਾ ਚਿਰ ਮਨੁੱਖ ਬਾਣੀ ਪੜ੍ਹਦਾ ਨਾ ਸੱਚਖੰਡ ਦਾ ਵਾਸੀ ਹੈ। ਵੈਸੇ ਤੇ ਦਾਸ ਨੇ ਅੱਗੇ ਵੀ ਬੇਨਤੀ ਕੀਤੀ, ਸੰਤ ਅਤਰ ਸਿੰਘ ਮਸਤੂਆ ਨੇ ਇਹਨਾਂ ਨੂੰ ਪੁੱਛਿਆ ਸਵਰਗ ਕੀ ਨਰਕ ਕੀ ਹੈ, ਉਹਨਾਂ ਨੇ ਕਿਹਾ ਗੁਰੂ ਨਾਲ ਜੁੜ ਜਾਣਾ ਸਵਰਗਾਂ 'ਚ ਚਲੇ ਜਾਣਾ, ਗੁਰੂ ਨਾਲ ਟੁੱਟ ਜਾਣਾ ਨਰਕਾਂ 'ਚ ਪੈ ਜਾਣਾ ਹੈ। ਸੱਚ ਗੱਲ ਇਹ ਹੀ ਹੈ। ਇੱਥੇ ਵੀ ਗੁਰੂ ਸਵਰਗ ਬਖਸ਼ਦਾ ਹੈ, ਫਿਰ ਜੰਮ ਕੇ ਧਾਮ ਨੂੰ ਨਹੀਂ ਜਾਣ ਦਿੰਦਾ, ਉੱਥੇ ਵੀ ਸਵਰਗ ਹੈ। ਮਹਾਰਾਜ ਨੇ ਕਿਹਾ ਨਾ, ਮੇਰੇ ਨਾਲੋਂ ਤੇਰਾ ਕਦੇ ਵੀ ਸਿੱਖਾ ਵਿਛੋੜਾ ਨਹੀਂ ਪਏਗਾ। ਜੇ ਗੁਰੂ ਨਾਲੋਂ ਵਿਛੋੜਾ ਨਹੀਂ, ਜਿੱਥੇ ਗੁਰੂ ਉੱਥੇ ਤੇ ਸੱਚਖੰਡ ਹੀ ਹੈ। ਜਦੋਂ ਗੁਰੂ ਵਿਛੋੜੇਗਾ ਨਹੀਂ ਤੇ ਫਿਰ ਤੇ ਸੱਚਖੰਡ 'ਚ ਜਾਵਾਂਗੇ। ਫਿਰ ਪਰੇ ਨਾ ਜੰਮ ਕੇ ਧਾਮ, ਜਾਂ ਇੱਥੇ ਪਰਤ ਤਾਹੇ ਜੰਮ ਫੰਦ, ਜਮਾਂ ਦੀ ਫਾਹੀ ਨਹੀਂ ਪਏਗੀ, ਜੰਮ ਨਹੀਂ ਲੈਣ ਆਉਣਗੇ। ਫਿਰ ਤੇ ਅਜ਼ਰਾਈਲ ਫਰਿਸ਼ਤਾ ਆਏਗਾ, ਦੇਵਤੇ ਆਉਣਗੇ, ਹੱਥ ਜੋੜ ਕੇ ਕਹਿਣਗੇ ਚਲੋ ਬਾਬਾ ਜੀ ਤੁਹਾਡਾ ਸਮਾਂ ਆ ਗਿਆ।
ਤੇ ਫਿਰ ਉਹ ਮਨੁੱਖ ਤਰਲੇ ਵੀ ਨਹੀਂ ਲਏਗਾ ਮੈਂ ਜਾਣਾ ਨਹੀਂ, ਉਹ ਵੀ ਕਹੇਗਾ ਆਓ ਗੁਰਮੁਖੋ ਆਏ ਹੋ, ਚਲੋ ਭਾਈ ਤਿਆਰੀ ਹੈ, ਚਲੋ ਚੱਲਦੇ ਆ। ਬੜੇ ਸੌਖੇ ਹੱਸਦੇ ਖੇਡਦੇ ਫਿਰ ਜਾਣਗੇ। ਉਹ ਵੀ ਜਾ ਕੇ ਤਾਰੀਫ ਕਰਨੇ, ਕਹਿੰਦੇ ਜੀ ਇਹਨੇ ਕੋਈ ਨਾ ਨੂੰ ਕਰਨੇ। ਅਸੀਂ ਜਾਣਾ ਵੀ ਨਹੀਂ ਚਾਹੁੰਦੇ ਆ, ਦੁੱਖ ਵੀ ਭੋਗ ਰਹੇ ਆ ਅੱਗੇ ਵੀ। ਫਿਰ ਉਹ ਇੱਕ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਅੱਜ ਜਮਦੂਤਾਂ ਦੇ ਹੱਥ 'ਚ ਪੈਣਾ ਵੀ ਇੱਕ ਦੁੱਖ ਹੈ ਸਾਡੇ ਸਾਹਮਣੇ। ਉਹਨਾਂ ਤੋਂ ਤਾਂ ਉਹਨਾਂ ਦੇ ਹੱਥਾਂ ਤੋਂ ਬਚ ਸਕਦੇ ਆ ਜੇ ਅਸੀਂ ਅੱਜ ਨਾਮ ਦੇ ਨਾਲ ਗੁਰੂ ਸਾਹਿਬ ਨਾਲ ਜੁੜਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਮੂਹ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ। ਪਾਵਨ ਸ਼ਲੋਕ ਦੀ ਵਿਚਾਰ ਕਰਦਿਆਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ, ਹੋ ਗਈਆਂ ਹੋਣਗੀਆਂ ਜੀ। ਸੰਗਤ ਤੇ ਸਤਿਗੁਰੂ ਬਖਸ਼ਣ ਯੋਗ ਬਖਸ਼ ਲੈਣਾ ਜੀ। ਭਾਈ ਇਹਨਾਂ